ਸਾਡਾ ਲੱਖੇ ਨੂੰ ਚੈਲੰਜ ਆ ਵੀ ਭਾਈ ਉਹ ਪਰਚੀਆਂ ਦਿਖਾ ਜਿਹੜੇ ਉਹ ਨੌਜਵਾਨ ਦੇ ਪੈਸੇ ਬਾਹਰੋਂ ਆਏ ਆ, ਤੇ ਜੇ ਨਹੀਂ ਆਏ ਤਾਂ ਤੂੰ ਮੌਕੇ ਤੇ ਇਹ ਝੂਠ ਬੋਲ ਕੇ ਉਸ ਨੌਜਵਾਨ ਦੀ ਬੇਇੱਜ਼ਤੀ ਕਰਨ ਦੇ ਵਿੱਚ ਜੋ ਕੁਝ ਰੋਲ ਤੂੰ ਅਦਾ ਕੀਤਾ ਉਹਦਾ ਫਿਰ ਦੇਣਦਾਰ ਕੌਣ ਹੈ? ਵੀ ਇਹੋ ਜਿਹੇ ਬੇਵਕੂਫ ਜਿਹੜੇ ਆ ਮਤਲਬ ਬੰਦੇ ਜਿਹੜੇ ਉਹਨੂੰ ਸਵਾਲ ਕਰਦੇ, ਕੋਈ ਨੂੰ ਕਹਿੰਦਾ ਮੂਲ ਮੰਤਰ ਸੁਣਾ, ਉਹ ਸਿੰਘ ਅੱਗੇ ਕਹਿ ਰਿਹਾ ਵੀ ਮੇਰੀ ਸੇਵਾ ਘੋੜਿਆਂ ਦੀ ਲੱਗੀ ਹੈ। ਤੇ ਦਲ ਪੰਥ ਦੇ ਵਿੱਚ ਜਿੱਦਾਂ ਸੇਵਾ ਲੱਗਦੀ ਹੈ ਘੋੜਿਆਂ ਦੀ, ਤਾਂ ਅਗਲਾ ਘੋੜਿਆਂ ਦੀ ਸੇਵਾ ਕਰਦਾ। ਮੂਲ ਮੰਤਰ ਨਾਲੇ ਇਹਨਾਂ ਕੋਲ ਕਿਹੜੀ ਅਥਾਰਟੀ ਹੈ, ਪੱਤਰਕਾਰਾਂ ਕੋਲ ਜਾਂ ਲੱਖੇ ਕੋਲ ਕਿਹੜੀ ਅਥਾਰਟੀ ਹੈ ਜਿਹੜਾ ਹਫ਼ਤੇ ਬਾਅਦ ਨਾਈ ਕੋ ਧਾਗਾ ਲਵਾ ਕੇ ਗੱਲਾਂ ਦੇ ਉੱਤੇ ਤੇ ਲੋਕਾਂ ਨੂੰ ਕਹਿੰਦਾ ਵੀ ਮੈਨੂੰ ਦੱਸੋ ਵੀ ਜਿਹੜਾ ਤੁਸੀਂ ਮੂਲ ਮੰਤਰ ਸੁਣਾਓ ਤੇ ਮੈਨੂੰ ਉਹ ਕਰੋ ਤੇ ਜੇ ਕਰੋ ਵੀ ਤੁਸੀਂ ਅਸਲੀ ਕਿ ਨਕਲੀ, ਮੈਂ ਦੱਸਣਾ ਇਹ ਗੱਲ ਸਾਰੀ। ਫਿਰ ਇਹਨੇ ਨਿਹੰਗ ਸਿੰਘਾਂ ਦੇ ਕੋਲ ਜਾ ਕੇ ਤੇ ਬਾਬਾ ਅਮਨ ਸਿੰਘ ਦੇ ਖਿਲਾਫ ਉਹਨਾਂ ਨੂੰ ਭੜਕਾਇਆ ਤੇ ਇਹਨੇ ਉਹਨਾਂ ਦੇ ਮੂੰਹ 'ਚ ਗੱਲਾਂ ਪਾਈਆਂ। ਪੱਤਰਕਾਰ ਜਿਹੜੀ ਸੀ ਬੀਬੀ ਦੋ ਵਾਰੀ ਉੱਥੋਂ ਤੁਰਨ ਲੱਗੀ ਤੇ ਦੋ ਵਾਰੀ ਤੁਰਦੀ ਤੇ ਇਹ ਲੱਖੇ ਨੇ ਆਵਾਜ਼ ਮਾਰ ਲਈ ਵੀ ਬੀਬੀ ਜੀ ਇਹਨੂੰ ਆਹ ਪੁੱਛੋ, ਇਹਨੂੰ ਆਹ ਵੀ ਪੁੱਛੋ ਬਾਬਾ ਰਾਜਾ ਰਾਮ ਸਿੰਘ ਉਹਨਾਂ ਨੂੰ। ਉਹਨਾਂ ਵੀ ਗਾੜੀਆਂ ਗੱਲਾਂ 'ਚ ਆ ਕੇ ਤੇ ਬਾਬਾ ਅਮਨ ਸਿੰਘ ਦੇ ਖਿਲਾਫ ਬਹੁਤ ਕੁਝ ਬੋਲ ਦਿੱਤਾ। ਹੁਣ ਉਹ ਆਪ ਪਛਤਾਉਂਦੇ ਆ, ਪਰ ਹੁਣ ਉਹ ਕਹਿੰਦੇ ਨਾ ਵੀ ਅਬ ਪਛਤਾਏ ਹੋਤ ਗਿਆ ਜਬ ਚਿੜੀਆ ਜੋਗੀ ਖੇਤ। ਹੁਣ ਜਿਹੜਾ ਪਛਤਾਉਣ ਦਾ ਕੋਈ ਬਹੁਤਾ ਫਰਕ ਨਹੀਂ ਰਹਿ ਗਿਆ, ਫਾਇਦਾ ਨਹੀਂ ਹੈ ਕੋਈ ਇਸ ਮਸਲੇ 'ਤੇ ਪਛਤਾਉਣ ਦਾ, ਜਿਹੜਾ ਨੁਕਸਾਨ ਹੋਣਾ ਹੀ ਹੋ ਗਿਆ। ਚਲੋ ਉਹਨਾਂ ਨੇ ਦਲ ਪੰਥ ਕੋਲ ਮਾਫੀ ਮੰਗੀ ਹੈ ਤੇ ਉਹਨਾਂ ਦੀ ਜਿਹੜੀ ਬਣਦੀ ਤਨਖਾਹ ਉਹ ਲਵਾ ਲੈਣਗੇ ਤੇ ਮੁੰਡਾ ਵੀ ਨੌਜਵਾਨ ਕੋਈ ਨਹੀਂ ਇੱਕ ਅੱਧੇ ਦਿਨ 'ਚ ਬਾਹਰ ਆ ਜਾਊਗਾ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜੀ ਘਟਨਾ ਕੱਲ੍ਹ ਵਾਪਰੀ ਹੈ ਸਿੰਘੋ ਬਾਰਡਰ ਦੇ ਉੱਤੇ, ਜਿਹੜਾ ਨਿਹੰਗ ਸਿੰਘ ਹੈ ਨਵੀਨ ਸਿੰਘ, ਉਹਦੀ ਦਸਤਾਰ ਲਾਹ ਕੇ ਤੇ ਉਹਦਾ ਬਾਣਾ ਲਾ ਕੇ ਤੇ ਉਹਨੂੰ ਪੁਲਿਸ ਦੇ ਹਵਾਲੇ ਕੀਤਾ ਗਿਆ ਤੇ ਉਹਦੇ ਬਾਰੇ ਅੱਜ ਵਿਚਾਰ ਚਰਚਾ ਕਰਨੀ ਹੈ। ਜਿਹੜੇ ਬੰਦਿਆਂ ਨੇ ਕੀਤਾ ਉਹ ਬੰਦਿਆਂ ਦੇ ਕੁਛ ਬੰਦੇ ਦੇ ਵਿੱਚੋਂ ਮਾਫੀ ਮੰਗ ਗਏ ਨੇ ਤੇ ਕੁਛ ਬੰਦੇ ਅੱਗਿਓਂ ਮਤਲਬ ਉਹ ਜਿਹੜੀਆਂ ਲੰਡੂ ਬਦਮਾਸ਼ੀਆਂ ਦੇ ਉਤਰੇ ਨੇ ਤੇ ਕੋਈ ਨਹੀਂ, ਉਹਨਾਂ ਦਾ ਵੀ ਇਲਾਜ ਕਰਾਂਗੇ। ਮਸਲਾ ਇਹ ਹੋਇਆ ਵੀ ਕੱਲ੍ਹ ਬੇਅਦਬੀ ਤੋਂ ਬਾਅਦ 'ਚ ਜਦੋਂ ਬੇਅਦਬੀ ਹੋਈ ਆ ਸਿੰਘੋ ਬਾਰਡਰ ਦੇ ਉੱਤੇ, ਉਹਦੀ ਕੋਸ਼ਿਸ਼ ਕੀਤੀ ਹੈ ਸਰਬ ਲੋਕ ਗ੍ਰੰਥ ਦੀ ਪੋਥੀ ਜਿਹੜੀ ਸੀ ਲਖਬੀਰ ਸਿੰਘ ਨੇ ਚੱਕ ਕੇ ਤੇ ਕੂੜੇ 'ਚ ਸੁੱਟੀ ਹੈ। ਨਿਹੰਗਾਂ ਨੇ ਨੂੰ ਫੜ ਕੇ ਤੇ ਬਾਅਦ ਸੋਧਾ ਲਾਇਆ ਉਹਦਾ। ਉਸ ਤੋਂ ਬਾਅਦ 'ਚ 3 ਦਿਨ ਹੋ ਗਏ ਆ, ਲੱਖੇ ਨੇ ਮੂੰਹ 'ਚੋਂ ਜ਼ਬਾਨ ਨਹੀਂ ਕੱਢੀ ਵੀ ਉੱਥੇ ਕੀ ਹੋਇਆ, ਚੰਗਾ ਹੋਇਆ ਮਾੜਾ ਹੋਇਆ, ਕੁਛ ਨਹੀਂ ਬੋਲਿਆ। ਤੇ ਇਹਦਾ ਤਰਕ ਇਹ ਸੀ ਵੀ ਮੈਂ ਤਾਂ ਲੇਟ ਬੋਲਿਆ ਵਾਂ ਵੀ ਭਾਈ ਮੈਂ ਸੋਚ ਸਮਝ ਕੇ ਬੋਲਦਾ ਹੁੰਦਾ, ਮੈਂ ਐਵੇਂ ਤੱਤਾ ਹੋ ਕੇ ਤੇ ਬਿਆਨ ਨਹੀਂ ਦਿੰਦਾ, ਤੇ ਮੈਂ ਵੇਖ ਪਰਖ ਕੇ ਜਾਂਚ ਕਰਕੇ ਤੇ ਫਿਰ ਬਿਆਨ ਦਿੰਦਾ। ਫਿਰ ਰਾਤੀ ਕੀ ਹੋਇਆ ਵੀ ਇਹ ਰਾਤੀ ਇੱਥੋਂ ਪੰਜਾਬ ਤੋਂ ਗਿਆ ਵਾ, ਕਿਹੜੀ ਮਾਰ 'ਤੇ ਗਿਆ ਇਹ ਨਹੀਂ ਪਤਾ, ਉੱਥੇ ਗਿਆ ਵਾ। ਸਵੇਰੇ ਇਹਨੇ ਜਥੇਬੰਦੀਆਂ ਨਾਲ ਮੀਟਿੰਗ ਕੀਤੀ ਹੈ, ਜਥੇਬੰਦੀਆਂ ਨਾਲ ਮੀਟਿੰਗ ਕਰਕੇ ਤੇ ਨਾਲ ਦੀ ਨਾਲ ਇਹ ਨਿਹੰਗ ਸਿੰਘਾਂ ਕੋਲ ਗਿਆ ਵਾ ਤੇ ਉੱਥੇ ਜਾ ਕੇ ਇਹਨਾਂ ਨੇ ਜਿਹੜਾ ਨਿਹੰਗ ਨਵੀਨ ਸਿੰਘ ਆ, ਜਿਹੜਾ ਵਿਸਾਖੀ ਦੇ ਉੱਤੇ ਜਿਹਨੇ ਅੰਮ੍ਰਿਤ ਛਕਿਆ ਤੇ ਪਿਛਲੇ 1 ਸਾਲ ਤੋਂ ਕਿਸਾਨੀ ਮੋਰਚੇ ਨਾਲ ਜੁੜਿਆ, ਦਲ ਪੰਥ ਤੋਂ ਨੇ ਅੰਮ੍ਰਿਤ ਛਕਿਆ ਬਾਬਾ ਮਾਨ ਸਿੰਘ ਤੋਂ, ਉਹ ਬਕਾਇਦਾ ਉਹਦੇ ਜਿਹੜੇ ਪ੍ਰੂਫ ਨੇ ਉਹ ਸਾਰੇ ਪੁਰਾਣੇ ਨੇ, ਕਿਉਂਕਿ ਹੁਣ ਜਿਹੜਾ ਵਾ ਪ੍ਰੂਫ ਇੱਕੋ ਦਮ ਤੇ ਬਦਲ ਨਹੀਂ ਜਾਂਦੇ। ਸੋ ਉਹ ਪ੍ਰੂਫ ਜਿਹੜੇ ਆ ਪੁਰਾਣੇ ਹੀ ਉਹਦੇ ਨਾਂ ਦੇ ਸੀ। ਨਵੀਨ ਸੰਧੂ, ਉਹਦਾ ਨਾਂ ਨਵੀਨ ਕੁਮਾਰ ਬਿਲਕੁਲ ਨਹੀਂ ਹੈਗਾ, ਜਿਵੇਂ ਮੀਡੀਆ ਨੇ ਝੂਠ ਬੋਲਿਆ ਤੇ ਜਿਵੇਂ ਆਪਣਾ ਕੀ ਨਾਂ ਲਈਦਾ ਵਾ ਇਹਨਾਂ ਨੇ ਝੂਠ ਬੋਲਿਆ, ਲੱਖੇ ਹੋਣਾ ਨੇ ਉੱਥੇ ਮੌਜੂਦਾ ਇਕੱਠੇ ਹੋਇਆਂ ਨੇ ਲੋਕਾਂ ਨੇ ਝੂਠ ਬੋਲਿਆ। ਉਹਦਾ ਨਾਂ ਨਵੀਨ ਸੰਧੂ ਸੀ ਤੇ ਪ੍ਰੂਫ ਉਹਦੇ ਪਹਿਲੇ ਸੀ ਤੇ ਉਹਦਾ ਦਲ ਪੰਥ ਦਾ ਜਿਹੜਾ ਕਾਰਡ ਬਣਿਆ ਸੀ ਉਹਦੇ 'ਤੇ ਨਾਂ ਉਹਦਾ ਨਵੀਨ ਸਿੰਘ ਹੈ। ਇਹਨਾਂ ਬੰਦੇ ਉਹਦੀ ਲੜਾਈ ਇਸ ਕਰਕੇ ਹੋਈ ਆ ਵੀ ਇੱਕ ਰੇਹੜੀ ਵਾਲਾ ਉੱਥੇ ਸਿਗਰਟ ਪੀਂਦਾ ਸੀ ਤੇ ਉਹਨੇ ਕਿਹਾ ਸੀ ਵੀ ਘੋੜੇ ਲਾਗੇ ਸਿਗਰਟ ਨਾ ਪੀ ਤੇ ਪਰੇ ਜਾ ਕੇ ਸਿਗਰਟ ਪੀ, ਤੇ ਉਹ ਬੰਦੇ ਨੇ ਕਿਹਾ ਵੀ ਨਹੀਂ ਮੈਂ ਤਾਂ ਇੱਥੇ ਪੀਣੀ ਆ। ਉਸ ਬੰਦੇ ਦੇ ਸਿਗਰਟ ਪੀਣੋਂ ਹਟਾਉਣ 'ਤੇ ਝਗੜਾ ਹੋਇਆ ਤੇ ਇਹ ਨਵੀਨ ਸਿੰਘ ਨੇ ਉਹਦੇ ਡਾਂਗ ਮਾਰੀ ਹੈ ਤੇ ਉਹ ਬੰਦਾ ਡਿੱਗ ਪਿਆ। ਨਾ ਉਹਦੀ ਕੋਈ ਲੱਤ ਟੁੱਟੀ ਹੈ, ਜਿਹੜੀ ਗੱਲ ਕਨਫਰਮ ਹੋ ਚੁੱਕੀ ਹੈ। ਇਹ ਵੀ ਕੱਲ੍ਹ ਦਾ ਝੂਠ ਚਲਾਇਆ ਜਾਂਦਾ ਹੈ ਵੀ ਉਹਦੀ ਲੱਤ ਟੁੱਟ ਗਈ ਸੀ ਤੇ ਉਹ ਬੰਦਾ ਜ਼ਖਮੀ ਹੋ ਗਿਆ ਜੀ, ਇਹਨੇ ਨਿਹੰਗਾਂ ਨੇ ਗੁੰਡਾਗਰਦੀ ਕਰ ਦਿੱਤੀ, ਫਲਾਣ ਕਰਤਾ, ਢੀਂਗ ਕਰ ਦਿੱਤਾ, ਕੋਈ ਉਹਦੀ ਲੱਤ ਨਹੀਂ ਟੁੱਟੀ। ਉੱਥੇ ਮੌਕੇ 'ਤੇ ਗਵਾਹਾਂ ਨੇ ਇਹ ਗੱਲ ਕਹੀ ਹੈ ਵੀ ਨਾ ਤੇ ਉੱਥੇ ਕਿਸੇ ਮੁਰਗੀ ਤੋਂ ਝਗੜਾ ਹੋਇਆ ਜਿਹਦਾ ਰੌਲਾ ਪਿਆ, ਨਾ ਕਿਸੇ ਮੁਰਗੀ ਦੀ ਕੋਈ ਗੱਲ ਸੀ। ਸੋ ਕੁੱਲ ਮਿਲਾ ਕੇ ਗੱਲ ਕੀ ਨਿਕਲੀ ਵੀ ਨਵੀਨ ਸਿੰਘ ਦਾ ਝਗੜਾ ਹੋਇਆ ਕਿਸੇ ਨਾਲ ਸਿਗਰਟ ਪੀਣ ਤੋਂ, ਬੀੜੀ ਪੀਣ ਤੋਂ ਕਿਸੇ ਨੂੰ ਰੋਕਿਆ ਸਿੰਘ ਨੇ ਤੇ ਉਹਨੇ ਨਹੀਂ ਗੱਲ ਤੇ ਉਹਨੇ ਜਿਹੜਾ ਗਾੜੀਆਂ ਵਿਰੋਧ ਕੀਤਾ ਇਸ ਗੱਲ ਦਾ ਤੇ ਬਾਅਦ 'ਚ ਉਹਨੇ ਉਹਦਾ ਮਤਲਬ ਉੱਥੇ ਮਾੜੀ ਮੋਟੀ ਸਰਵਿਸ ਕਰ ਦਿੱਤੀ ਹੈ। ਇਸ ਗੱਲ ਦੇ ਉੱਤੇ ਇੱਥੇ ਲੱਖਾ ਗਿਆ ਹੈ ਤੇ ਲੱਖੇ ਨੇ ਇਕੱਠੇ ਹੋ ਕੇ ਲੋਕਾਂ ਦੇ ਨਾਲ ਤੇ ਉਹ ਨਵੀਨ ਸਿੰਘ ਦਾ ਪਹਿਲਾਂ ਤਾਂ ਉਹਦੀ ਕੁੱਟਮਾਰ ਕੀਤੀ ਹੈ, ਫਿਰ ਉਹਦੀ ਦਸਤਾਰ ਲਾਈ ਹੈ ਤੇ ਫਿਰ ਉਹਦਾ ਬਾਣਾ ਲਹਾ ਕੇ ਤੇ ਉਹਦੇ ਹੱਥ ਬੰਨ੍ਹ ਕੇ ਤੇ ਸਾਰਾ ਮੀਡੀਆ ਉੱਥੇ ਬੁਲਾ ਕੇ ਤੇ ਇਹ ਪ੍ਰਚਾਰ ਕੀਤਾ ਵੀ ਅਸੀਂ ਨਕਲੀ ਤੇ ਅਖੌਤੀ ਨਿਹੰਗ ਫੜ ਲਿਆ, RSS ਦਾ ਬੰਦਾ ਫੜ ਲਿਆ। ਇਸ ਗੱਲ ਦੇ ਸਬੂਤ ਆਪਣੇ ਕੋਲ ਕੱਲ੍ਹ ਦੀਆਂ ਤੁਸੀਂ ਵੀਡੀਓ ਦੇਖ ਲਓ, ਸਾਰੇ ਜਿਹੜੇ ਮਤਲਬ ਸਬੂਤ ਆਪਾਂ ਨੂੰ ਮਿਲ ਜਾਂਦੇ ਆ ਵੀ ਕਿਵੇਂ ਲੱਖੇ ਨੇ ਉੱਥੇ ਜਿਹੜਾ ਨਵੀਨ ਸਿੰਘ ਸੀ ਉਹਦੀ ਕੀ ਨਾਂ ਲਈਦਾ ਵਾ ਜਿਹੜਾ ਉਹਦੀ ਬੇਇੱਜ਼ਤੀ ਵੀ ਕੀਤੀ ਹੈ ਤੇ ਸਾਰੇ ਮੀਡੀਆ ਸਾਹਮਣੇ ਇਸ ਤਰੀਕੇ ਨਾਲ ਪੇਸ਼ ਕੀਤਾ ਹੈ ਵੀ ਇਹ ਗੁਰੂ ਸਾਹਿਬ ਦੀ ਬੇਅਦਬੀ ਕਰਨ ਆਇਆ ਸੀ ਸ਼ਾਇਦ ਤੇ ਅਸੀਂ ਇਹਨੂੰ ਫੜ ਲਿਆ। ਤੇ ਨਿਹੰਗਾਂ ਸਿੰਘਾਂ ਨੇ ਵੀ ਪ੍ਰੈਸ਼ਰ 'ਚ ਆ ਕੇ ਬਾਬਾ ਰਾਜਾ ਰਾਜ ਸਿੰਘ ਹੋਣਾ ਨੇ ਲੱਖੇ ਦੇ ਪ੍ਰੈਸ਼ਰ 'ਚ ਆ ਕੇ ਉਹ ਇਹ ਗੱਲ ਮੰਨਦੇ ਵੀ ਆ, ਉਹਨਾਂ ਇਸ ਗੱਲ ਦੀ ਗਲਤੀ ਵੀ ਮੰਨੀ ਵੀ ਸਾਡੇ ਕੋਈ ਗਲਤੀ ਹੋ ਗਈ ਹੈ ਵੀ ਲੱਖੇ ਦੇ ਪ੍ਰੈਸ਼ਰ 'ਚ ਆ ਕੇ ਉਹਨਾਂ ਨੇ ਤੇ ਉਸ ਬੰਦੇ ਦਾ ਜਿਹੜਾ ਵਾ ਉਹਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ।
ਉੱਥੇ ਜਿਹੜਾ ਮੀਡੀਆ ਸੀ, ਜਿਹੜੀ ਉੱਥੇ ਇੱਕ ਦੋ ਬੀਬੀਆਂ ਸੀ ਪੱਤਰਕਾਰ, ਜਿਹੜੀਆਂ ਉਹਨੂੰ ਨੌਜਵਾਨ ਨੂੰ ਪੁੱਛਦੀਆਂ ਸੀ ਵੀ ਤੂੰ ਮੂਲ ਮੰਤਰ ਸੁਣਾ, ਤੇ ਕੋਈ ਉਹਨੂੰ ਪੁੱਛਦਾ ਵੀ ਤੇਰੇ ਹੱਥ ਤੇ ਓਮ ਕਿਉਂ ਵਗਿਆ। ਹੁਣ ਇਹਨਾਂ ਨੂੰ ਬੰਦਾ ਕੋਈ ਪੁੱਛਣ ਵਾਲਾ ਹੋਵੇ ਖੋਤਿਆਂ ਨੂੰ ਵੀ ਜਦੋਂ ਪਹਿਲਾਂ ਉਹ ਹਿੰਦੂ ਸੀ ਤੇ ਹੁਣ ਉਹ ਸਿੱਖ ਬਣ ਗਿਆ, ਤੇ ਜਿਹੜਾ ਹੱਥ ਤੇ ਟੈਟੂ ਕੋ ਵਗਿਆ ਓਮ ਉਹ ਮਿਟਾ ਕੇ ਆਵੇ। ਹੁਣ ਦੱਸੋ ਵੀ ਇਹੋ ਜਿਹੇ ਬੇਵਕੂਫ ਜਿਹੜੇ ਆ, ਮਤਲਬ ਬੰਦੇ ਜਿਹੜੇ ਉਹਨੂੰ ਸਵਾਲ ਕਰਦੇ, ਕੋਈ ਉਹਨੂੰ ਕਹਿੰਦਾ ਮੂਲ ਮੰਤਰ ਸੁਣਾ, ਉਹ ਸਿੰਘ ਅੱਗੇ ਕਹਿ ਰਿਹਾ ਵੀ ਮੇਰੀ ਸੇਵਾ ਘੋੜਿਆਂ ਦੀ ਲੱਗੀ ਹੈ। ਤੇ ਦਲ ਪੰਥ ਦੇ ਵਿੱਚ ਜਿੱਦਾਂ ਸੇਵਾ ਲੱਗਦੀ ਹੈ ਘੋੜਿਆਂ ਦੀ, ਤਾਂ ਅਗਲਾ ਘੋੜਿਆਂ ਦੀ ਸੇਵਾ ਕਰਦਾ। ਮੂਲ ਮੰਤਰ ਨਾਲੇ ਇਹਨਾਂ ਕੋਲ ਕਿਹੜੀ ਅਥਾਰਟੀ ਹੈ, ਪੱਤਰਕਾਰਾਂ ਕੋਲ ਜਾਂ ਲੱਖੇ ਕੋਲ ਕਿਹੜੀ ਅਥਾਰਟੀ ਹੈ, ਜਿਹੜਾ ਹਫ਼ਤੇ ਬਾਅਦ ਨਾਈ ਕੋ ਧਾਗਾ ਲਵਾ ਕੇ ਗੱਲਾਂ ਦੇ ਉੱਤੇ ਤੇ ਲੋਕਾਂ ਨੂੰ ਕਹਿੰਦਾ ਵੀ ਮੈਨੂੰ ਦੱਸੋ ਵੀ ਜਿਹੜਾ ਤੁਸੀਂ ਮੂਲ ਮੰਤਰ ਸੁਣਾਓ ਤੇ ਮੈਨੂੰ ਉਹ ਕਰੋ ਤੇ ਜੇ ਕਰੋ ਵੀ ਤੁਸੀਂ ਅਸਲੀ ਕਿ ਨਕਲੀ, ਮੈਂ ਦੱਸਣਾ ਇਹ ਗੱਲ ਸਾਰੀ। ਸੋ ਗੱਲ ਇਹ ਹੈ ਵੀ ਉਸ ਨੌਜਵਾਨ ਨੂੰ ਜਲੀਲ ਕੀਤਾ ਗਿਆ। ਉਸ ਤੋਂ ਬਾਅਦ 'ਚ ਉਹਨੂੰ ਉਹ ਜਿਹੜੇ ਲੜਾਈ ਝਗੜੇ ਦਾ ਨਿਪਟਾਰਾ ਉੱਥੇ ਹੋ ਸਕਦਾ ਸੀ 5 ਮਿੰਟਾਂ ਦੇ ਵਿੱਚ, ਇਹਨਾਂ ਬੰਦਿਆਂ ਨੇ ਉਸ ਲੜਾਈ ਝਗੜੇ ਨੂੰ ਸਾਰੇ ਨੂੰ ਜਿਹੜਾ ਵਾ ਪੁਲਿਸ ਕੋ ਨੌਜਵਾਨ ਨੂੰ ਫੜਾਇਆ, ਉਹਦੇ 'ਤੇ ਪਰਚਾ ਕਰਾਇਆ। ਅਤੇ ਪਰਚਾ ਕਰਾਉਣ ਦੇ ਨਾਲ ਨਾਲ ਇੱਕ ਦੋ ਗੱਲਾਂ ਜਿਹੜੀਆਂ ਹੋਰ ਆਈਆਂ, ਲੱਖੇ ਨੇ ਉੱਥੇ ਖੜ੍ਹ ਕੇ ਕਹੀ ਇਹ ਗੱਲ ਵੀ ਭਾਈ ਇਹਦੇ ਕੋਲ ਪੈਸੇ ਆਏ ਬਾਹਰੋਂ, ਆ ਪਰਚੀਆਂ ਵੇਖੋ ਨਾ, ਤੇ ਲੱਖੇ ਨੂੰ ਪਰਚੀਆਂ ਦਿਖਾਈਆਂ। ਸਾਡਾ ਲੱਖੇ ਨੂੰ ਚੈਲੰਜ ਆ ਵੀ ਭਾਈ ਉਹ ਪਰਚੀਆਂ ਦਿਖਾ ਜਿਹੜੇ ਉਹ ਨੌਜਵਾਨ ਦੇ ਪੈਸੇ ਬਾਹਰੋਂ ਆਏ ਆ। ਇਹਨੇ ਉਹਦਾ ਮੁੰਡੇ ਦਾ ਫੋਨ ਵੀ ਫੜ ਲਿਆ ਵੀ ਇਹਨੂੰ ਬਾਹਰੋਂ ਫੋਨ ਆਏ ਆ ਅਤੇ ਪੈਸੇ ਆਏ ਆ। ਉਸ 'ਚ ਵੀ ਅਸੀਂ ਇਹਨੂੰ ਪੁੱਛਿਆ ਵੀ ਜਾਂ ਤਾਂ ਸਾਨੂੰ ਪੈਸੇ ਦਿਖਾ ਦੇ ਕਿ ਕਿਹਦੇ ਆਏ ਆ ਮੁੰਡੇ ਦੇ ਖਾਤੇ ਦੇ ਵਿੱਚ, ਅਤੇ ਜੇ ਨਹੀਂ ਆਏ ਤਾਂ ਤੂੰ ਮੌਕੇ 'ਤੇ ਇਹ ਝੂਠ ਬੋਲ ਕੇ ਉਸ ਨੌਜਵਾਨ ਦੀ ਬੇਇੱਜ਼ਤੀ ਕਰਨ ਦੇ ਵਿੱਚ ਜੋ ਕੁਝ ਰੋਲ ਤੂੰ ਅਦਾ ਕੀਤਾ ਉਹਦਾ ਫਿਰ ਦੇਣਦਾਰ ਕੌਣ ਹੈ। ਸੋ ਇਹ ਜਿਹੜਾ ਨਾ ਇਹ ਸਾਰਾ ਕੁਝ ਵਾਪਰਿਆ ਹੈ, ਇਹ ਮੈਨੂੰ ਜਿੱਥੋਂ ਤੱਕ ਮੈਨੂੰ ਲੱਗਦਾ ਵੀ ਅਨਪਲੈਨਡ ਨਹੀਂ ਹੈਗਾ। ਇਹ ਲੱਖੇ ਦਾ ਪੰਜਾਬ ਤੋਂ ਦਿੱਲੀ ਜਾਣਾ, ਅਤੇ ਦਿੱਲੀ ਜਾ ਕੇ ਪਹਿਲਾਂ ਇਹਨੇ ਉੱਥੇ ਜਿਹੜਾ ਅਸੀਂ ਜਥੇਬੰਦੀਆਂ ਨਾਲ ਮੀਟਿੰਗ ਕੀਤੀ, ਫਿਰ ਇਹਨੇ ਨਿਹੰਗ ਸਿੰਘਾਂ ਦੇ ਕੋਲ ਜਾ ਕੇ ਅਤੇ ਬਾਬਾ ਅਮਨ ਸਿੰਘ ਦੇ ਖਿਲਾਫ ਉਹਨਾਂ ਨੂੰ ਭੜਕਾਇਆ, ਅਤੇ ਇਹਨੇ ਉਹਨਾਂ ਦੇ ਮੂੰਹ 'ਚ ਗੱਲਾਂ ਪਾਈਆਂ। ਪੱਤਰਕਾਰ ਜਿਹੜੀ ਸੀ ਬੀਬੀ ਦੋ ਵਾਰੀ ਇੱਥੋਂ ਤੁਰਨ ਲੱਗੀ, ਅਤੇ ਦੋ ਵਾਰੀ ਤੁਰਦੀ ਅਤੇ ਇਹ ਲੱਖੇ ਨੇ ਆਵਾਜ਼ ਮਾਰ ਲਈ ਵੀ ਬੀਬੀ ਜੀ ਇਹਨੂੰ ਆਹ ਪੁੱਛੋ, ਇਹਨੂੰ ਆਹ ਵੀ ਪੁੱਛੋ ਬਾਬਾ ਰਾਜਾ ਰਾਮ ਸਿੰਘ ਉਹਨਾਂ ਨੂੰ। ਉਹਨਾਂ ਵੀ ਗਾੜੀਆਂ ਗੱਲਾਂ 'ਚ ਆ ਕੇ ਅਤੇ ਬਾਬਾ ਅਮਨ ਸਿੰਘ ਦੇ ਖਿਲਾਫ ਬਹੁਤ ਕੁਛ ਬੋਲ ਦਿੱਤਾ। ਹੁਣ ਉਹ ਆਪ ਪਛਤਾਉਂਦੇ ਆ, ਪਰ ਹੁਣ ਉਹ ਕਹਿੰਦੇ ਨਾ ਵੀ ਅਬ ਪਛਤਾਏ ਹੋਤ ਗਿਆ ਜਬ ਚਿੜੀਆ ਚੌਗੀ ਖੇਤ। ਹੁਣ ਜਿਹੜਾ ਪਛਤਾਉਣ ਦਾ ਕੋਈ ਬਹੁਤਾ ਫਰਕ ਨਹੀਂ ਰਹਿ ਗਿਆ, ਫਾਇਦਾ ਨਹੀਂ ਹੈ ਕੋਈ ਇਸ ਮਸਲੇ 'ਤੇ ਪਛਤਾਉਣ ਦਾ, ਜਿਹੜਾ ਨੁਕਸਾਨ ਹੋਣਾ ਹੀ ਹੋ ਗਿਆ। ਚਲੋ ਉਹਨਾਂ ਨੇ ਦਲ ਪੰਥ ਕੋ ਮਾਫੀ ਮੰਗੀ ਹੈ, ਅਤੇ ਉਹਨਾਂ ਦੀ ਤੇ ਜਿਹੜੀ ਬਣਦੀ ਤਨਖਾਹ ਉਹ ਲਵਾ ਲੈਣਗੇ, ਅਤੇ ਮੁੰਡਾ ਵੀ ਨੌਜਵਾਨ ਕੋਈ ਨਹੀਂ ਇੱਕ ਅੱਧੇ ਦਿਨ 'ਚ ਬਾਹਰ ਆ ਜਾਊਗਾ। ਹੁਣ ਰੌਲਾ ਇਸ ਗੱਲ ਦਾ ਹੈ ਵੀ ਜਿਹੜੇ ਬੰਦੇ ਕਹਿੰਦੇ ਨੇ ਵੀ ਲੱਖਾ ਜਿਹੜਾ ਵਾ ਉਹ ਕਾਮਰੇਡ ਨਹੀਂ ਗਾ, ਲੱਖਾ ਜਿਹੜਾ ਵਾ ਉਹ ਪੰਜਾਬ ਦਰਦੀ ਆ, ਪੰਥ ਦਰਦੀ ਆ, ਅਸੀਂ ਇਹ 'ਤੇ ਥੋੜ੍ਹੀ ਜਿਹੀ ਮੈਂ ਡਿਸਕਸ ਕਰਨੀ ਚਾਹੁੰਦਾ ਗੱਲਬਾਤ ਵੀ ਲੱਖਾ ਜਿਹੜਾ ਵਾ ਉਹ ਪੰਜਾਬ ਦਰਦੀ ਅਤੇ ਪੰਥ ਦਰਦੀ ਦੇ ਨੇੜੇ ਤੇੜੇ ਵੀ ਨਹੀਂ ਹੈਗਾ। ਲੱਖਾ ਕੱਟੜ ਵਿਰੋਧੀ ਆ ਸਿੱਖੀ ਦਾ, ਇਹਦੇ ਆਪਣੇ ਕੋਲ ਪੁਖਤਾ ਸਬੂਤ ਪਏ ਆ। ਸਭ ਤੋਂ ਪਹਿਲਾਂ ਇਹਦੀ ਇੱਕ ਇੰਟਰਵਿਊ ਆ ਭਾਈ ਮਖੂ ਦੇ ਨਾਲ, ਜਿਹਦੇ ਵਿੱਚ ਉਹਨੇ ਭਾਈ ਮਖੂ ਨੇ ਸਵਾਲ ਕੀਤਾ ਵੀ ਪੰਥ ਦੀ ਗੱਲ ਕੀਤੀ, ਅਤੇ ਇਹ ਗਾੜੀਆਂ ਭੁੜਕ ਪਿਆ ਵੀ ਮੈਨੂੰ ਪੰਥਕ ਨਾ ਕਹੋ, ਮੈਨੂੰ ਤੁਸੀਂ ਪੰਜਾਬੀ ਕਹੋ, ਮੈਂ ਪੰਜਾਬੀ ਹਾਂ ਅਤੇ ਮੈਂ ਪੰਥਕ ਨਹੀਂ ਹੈਗਾ, ਮੈਂ ਪਹਿਲਾਂ ਪੰਜਾਬੀ ਹਾਂ ਫਿਰ ਸਿੱਖ ਹਾਂ। ਇਹਨੂੰ ਬੰਦੇ ਨੂੰ ਪੁੱਛਣ ਵਾਲਾ ਹੋਵੇ ਵੀ ਜਿਹੜੇ ਬੰਦੇ ਨੇ ਸਿੱਖੀ ਤੋਂ ਪਹਿਲਾਂ ਕੁਝ ਰੱਖਿਆ ਹੈ ਆਪਣੇ ਵਾਸਤੇ, ਜੇ ਸਿੱਖੀ ਕਿਸੇ ਦੂਜੀ ਸਿੱਖੀ 'ਤੇ ਨਹੀਂ ਟਿਕਦੀ। ਸੋ ਇਸ ਕਰਕੇ ਜੇ ਤੂੰ ਪਹਿਲਾਂ ਪੰਜਾਬੀ ਹਾਂ ਤਾਂ ਫਿਰ ਤੂੰ ਦੋਹਰੇ ਸਿੱਖ ਨਹੀਂ ਬਣ ਸਕਦਾ, ਇਕੱਲਾ ਪੰਜਾਬੀ ਰਹੇਗਾ। ਅਤੇ ਜੇ ਸਿੱਖ ਹਾਂ ਪਹਿਲਾਂ ਤੋਂ ਉਸ ਤੋਂ ਬਾਅਦ ਕੁਛ ਨਾ ਕੁਛ ਬਣਿਆ ਜਾ ਸਕਦਾ ਮਾੜਾ ਮੋਟਾ। ਸੋ ਇਹ ਬੰਦੇ ਨੇ ਉਦੋਂ ਇਹ ਗੱਲ ਕਹੀ ਵੀ ਮੈਂ ਪਹਿਲਾਂ ਪੰਜਾਬੀ ਹਾਂ ਫਿਰ ਮੈਂ ਸਿੱਖ ਹਾਂ, ਮੇਰੇ ਨਾਲ ਪੰਥ ਦੀ ਗੱਲ ਨਾ ਕਰੋ, ਮੈਂ ਪੰਥ ਨੂੰ ਨਹੀਂ ਮੰਨਦਾ, ਮੈਂ ਪੰਜਾਬੀ ਹਾਂ, ਹੈ ਨਾ, ਮੈਂ ਪੰਜਾਬ ਨੂੰ ਸੋਚ ਕੇ ਚੱਲਦਾ। ਦੂਜੀ ਗੱਲ ਇਹਨੇ ਕੀਤੀ ਜਦੋਂ ਫਿਰ ਗੁਰੂ ਸਾਹਿਬ ਦੇ ਉੱਤੇ ਰੁਮਾਲੇ ਭੇਟ ਕਰਨ ਦੀ ਗੱਲ ਸੀ, ਇਹਨੇ ਉਦੋਂ ਇਹ ਗੱਲ ਕੀਤੀ ਵੀ ਦੇਖੋ ਜੀ ਗੁਰੂ ਸਾਹਿਬ 'ਤੇ ਰੁਮਾਲੇ ਭੇਟ ਕਰਨਾ ਪਖੰਡ ਆ, ਵੀ ਆਪਾਂ ਏਸੀ ਲਾ ਦਿੰਦੇ ਹਾਂ ਆਪਾਂ ਰੁਮਾਲੇ ਭੇਟ ਕਰ ਦਿੰਦੇ ਹਾਂ। ਹੁਣ ਇਸ ਬੰਦੇ ਨੂੰ ਜਿਹੜਾ ਕੋਈ ਬੰਦਾ ਗੁਰੂ ਦਾ ਸਤਿਕਾਰ ਕਰਦਾ ਹੈ, ਜਿਹੜਾ ਕੋਈ ਬੰਦਾ ਗੁਰੂ ਨਾਲ ਪ੍ਰੇਮ ਕਰਦਾ ਹੈ, ਉਹ ਕਦੀ ਇਹਦੇ ਮਨ 'ਚ ਵੀ ਇਹ ਸਵਾਲ ਨਹੀਂ ਆ ਸਕਦਾ ਵੀ ਅਸੀਂ ਗੁਰੂ ਨੂੰ ਰੁਮਾਲੇ ਕਿਉਂ ਭੇਟ ਕਰਦੇ ਹਾਂ, ਅਸੀਂ ਗੁਰੂ ਦੇ ਉੱਤੇ ਏਸੀ ਕਿਉਂ ਲਾਉਂਦੇ ਹਾਂ। ਜਦੋਂ ਗੁਰੂ ਸਾਹਿਬ ਨੇ 10ਵੇਂ ਪਾਤਸ਼ਾਹ ਦਾ ਹੁਕਮ ਹੈ ਨਾ, ਗੁਰੂ ਮਾਨਿਓ ਗ੍ਰੰਥ ਪ੍ਰਗਟ ਗੁਰਾਂ ਕੀ ਦੇ। ਹੁਣ ਜਦੋਂ ਪ੍ਰਗਟ ਗੁਰਾਂ ਕੀ ਦੇ ਆ, ਅਤੇ ਜਿਹੜਾ ਸਾਡਾ ਗੁਰੂ ਹੈ ਆਪ ਲੱਖੇ ਹੋਣੀ ਏਸੀ ਵਾਲੀਆਂ ਕਾਰਾਂ 'ਚ ਘੁੰਮਣ, ਆਪ ਲੱਖੇ ਹੋਣੀ ਮਤਲਬ ਵੱਡੇ ਵੱਡੇ ਹੋਟਲਾਂ 'ਚ ਬਹਿ ਕੇ ਰੋਟੀ ਪਾਣੀ ਖਾਣ, ਅਤੇ ਗੁਰੂ ਦੇ ਉੱਤੇ ਲੱਗਾ ਜਿਹੜਾ ਏਸੀ ਹੈ ਉਹ ਇਹਨਾਂ ਨੂੰ ਵੇਦ ਦਿਖਾਈ ਦਿੰਦਾ ਵੀ ਗੁਰੂ ਦੇ ਉੱਤੇ ਏਸੀ ਕੋ ਲੱਗ ਗਿਆ, ਗੁਰੂ ਨੂੰ ਰੁਮਾਲੇ ਕੋ ਚੜ੍ਹਾ ਦਿੱਤੇ ਆ। ਸੋ ਮੇਰੀ ਬੇਨਤੀ ਇੰਨੀ ਕਿਹਾ ਵੀ ਅੱਖਾਂ ਮੀਟ ਕੇ ਨਾ ਚੱਲਿਆ ਕਰੋ। ਜਿਹੜਾ ਇਹ ਬੰਦਾ ਕੰਮ ਕਰ ਰਿਹਾ ਪਿਛਲੇ ਲੰਮੇ ਸਮੇਂ ਤੋਂ, ਉਹਦਾ ਮਤਲਬ ਹੀ ਸਿਰਫ ਇੰਨਾ ਕੁ ਹੈ ਵੀ ਇਹ ਬੰਦਾ ਜਿਹੜਾ ਸੀ ਸਿੱਖੀ ਦੇ ਭੇਸ ਦੇ ਵਿੱਚ ਨੌਜਵਾਨਾਂ ਨੂੰ ਬਹੁਤਿਆਂ ਨੂੰ ਭੁਲੇਖਾ ਸੀ ਵੀ ਦੀਪ ਅਤੇ ਲੱਖੇ 'ਚ ਬਈ ਫਰਕ ਕੀ ਹੈ। ਵੀ ਦੀਪ ਅਤੇ ਲੱਖਾ, ਇਹ ਕਈ ਨੌਜਵਾਨਾਂ ਨੂੰ ਹੁਣ ਇੰਨੀ ਸੂਖਮ ਗੱਲਾਂ ਨਹੀਂ ਸਮਝ ਆਉਂਦੀਆਂ, ਅਤੇ ਉਹ ਕਹਿ ਦਿੰਦੇ ਵੀ ਨਹੀਂ ਦੋਵੇਂ ਨੌਜਵਾਨ ਪੰਜਾਬ ਦਰਦੀ ਨੇ, ਹੈ ਨਾ। ਫਰਕ ਇਹ ਹੈ ਵੀ ਜਿਹੜਾ ਲੱਖਾ ਹੈ ਉਹ ਪੰਜਾਬ ਪੱਖੀ ਹੈ, ਪਰ ਉਹ ਪੰਜਾਬ ਉਸ ਦਾ ਪੱਖੀ ਹੈ ਜਿਹੜੇ ਪੰਜਾਬ ਨੂੰ ਹਿੰਦੁਸਤਾਨ ਨੇ ਗੁਲਾਮ ਬਣਾਇਆ, ਅਤੇ ਲੱਖਾ ਉਸ ਪੰਜਾਬ ਦੇ ਗੁਲਾਮ ਰਹਿਣ ਦੇ ਨਾਲ ਸਹਿਮਤ ਹੈ। ਦੂਜਾ ਜਿਹੜਾ ਦੀਪ ਹੈ, ਦੀਪ ਇਸ ਗੱਲ ਦੇ ਉੱਤੇ ਜਿਹੜਾ ਵਾ ਉਹ ਪੱਕਾ ਵਾ ਵੀ ਜਿਹੜਾ ਪੰਜਾਬ ਹੈ ਜਿੰਨਾ ਚਿਰ ਗੁਲਾਮ ਹੈ ਉਹਦਾ ਕੋਈ ਮੌਜੂਦਾ ਹੱਲ ਨਹੀਂ ਨਿਕਲ ਸਕਦਾ। ਸੋ ਇਸੇ 'ਚੋਂ ਦੋ ਚੀਜ਼ਾਂ ਨਿਕਲਦੀਆਂ ਨੇ। ਦੀਪ ਦਾ ਇਹ ਫੈਸਲਾ ਕਰਨਾ ਵੀ ਮੈਂ ਚੋਣਾਂ ਨਹੀਂ ਲੜਨੀਆਂ, ਕਿਉਂਕਿ ਚੋਣ ਤੰਤਰ ਹਿੰਦੁਸਤਾਨ ਦੀ ਹਕੂਮਤ ਜਿਹੜਾ ਹੈ ਉਹਦੇ ਅਧੀਨ ਚੱਲਦਾ,
ਤੇ ਜਿਹੜਾ ਆਪਣਾ ਕੀ ਨਾਂ ਲਈਦਾ, ਜਿਹੜਾ ਬੰਦਾ ਚੋਣਾਂ ਲੜੂਗਾ, ਆਪਣੇ ਬਥੇਰੇ ਅੱਗੇ ਬਾਦਲ ਕੈਪਟਨ MLA MP ਬਣੇ ਆ, ਉਹਨਾਂ ਨੇ ਕੀ ਸਵਾਰ ਲਿਆ ਸਾਨੂੰ ਆਪਣਾ ਪਤਾ ਹੀ ਆ। ਸੋ ਮੇਰੀਆਂ ਬੇਨਤੀਆਂ ਇਹ ਆ ਵੀ ਅੱਜ ਦਾ ਜਿਹੜਾ ਮਸਲਾ ਇਹ ਬਹੁਤ ਸੀਰੀਅਸ ਹੈ, ਇਹਨੂੰ ਆਪਾਂ ਹਲਕੇ 'ਚ ਨਹੀਂ ਲੈਣਾ। ਜਿਹੜੀ ਇਹਨੇ ਕੰਮ ਕੀਤਾ ਵੀ ਪਹਿਲੀ ਗੱਲ ਤੇ ਰਾਜਾ ਰਾਜ ਸਿੰਘ ਹੋਣਾ ਦੀ ਗਲਤੀ ਹੋਈ ਹੈ, ਉੱਥੇ ਜੋ ਕੁਝ ਹੋਇਆ ਉਹਨਾਂ ਨੇ ਆਪਣਾ ਜਿਹੜਾ ਵਾ ਕੀ ਨਾਂ ਲਈਦਾ ਵਾ ਮਾਫੀ ਮੰਗ ਲਈ, ਤੇ ਇਹਨੇ ਇਸ ਬੰਦੇ ਨੇ ਆਪ ਤੇ ਕੋਈ ਬਿਆਨ ਨਹੀਂ ਦਿੱਤਾ। ਇਹ ਟਰੱਕਾਂ ਟਰੁੱਕਾਂ ਦੇ ਮਗਰ ਭੱਜਾ ਫਿਰਦਾ ਵਾ ਵੀ ਇੱਥੇ ਮੈਂ ਟਰੱਕ ਘੇਰ ਲਿਆ ਝੋਨੇ ਵਾਲੇ, ਉੱਥੇ ਉਹ ਕਰ ਦਿੱਤਾ। ਤੇ ਇਹਦਾ ਇੱਕ ਭਾਟਾ ਜਿਹਾ ਹੈਗਾ, ਉਹ ਚਵਲ ਕਿਸਮ ਦਾ ਬੰਦਾ ਜਿਹੜਾ ਕਿ ਭਾਨਾ ਸਿੱਧੂ ਕੇ ਕੌਣ ਆ, ਉਹ ਲਾਈਵ ਹੋ ਕੇ ਧਮਕੀਆਂ ਦੇ ਰਿਹਾ ਵੀ ਜਿੱਥੇ ਵੇਖਣਾ ਵੇਖੋ, ਆ ਜਾਓ ਵੇਖੋ। ਹੁਣ ਅਸੀਂ ਇਹਨੂੰ ਇਹੋ ਗੱਲ ਕਹਿੰਦੇ ਆ ਵੀ ਜਿੱਥੇ ਕਿਤੇ ਕੀ ਵੇਖਣਾ ਵਾ, ਜਿੱਥੇ ਤੁਸੀਂ ਨੌਜਵਾਨ ਦੀ ਦਸਤਾਰ ਲਾਈ ਸੀ ਨਾ, ਉਸੇ ਜਗ੍ਹਾ 'ਤੇ ਨੌਜਵਾਨ ਨੂੰ ਬਾਹਰ ਆਊਗਾ ਨਾ ਜਿੱਦਣ ਇੱਕ ਅੱਧੇ ਦਿਨ 'ਚ, ਉੱਥੇ ਦਸਤਾਰ ਬੰਨਾਂਗੇ। ਅਤੇ ਜੇ ਤੁਹਾਡੇ 'ਚ ਕੋਈ ਪਿਓ ਦਾ ਪੋਤਿਆ ਤਾਂ ਉੱਥੇ ਆ ਜਾਵੇ ਫਿਰ ਹੈਂ, ਉੱਥੇ ਜਿਹੜਾ ਵਾ ਤੁਹਾਨੂੰ ਦੱਸ ਦਿਆਂਗੇ ਵੀ ਮਤਲਬ ਕਿੱਦਾਂ ਕਿਸੇ ਦੀ ਸਿੰਘ ਦੀ ਪੱਗ ਨੂੰ ਹੱਥ ਪਾਈਦਾ। ਇਹ ਤਾਂ ਤੁਸੀਂ ਲੋਕਾਂ ਨੂੰ ਭੜਕਾ ਕੇ ਅਤੇ ਝੂਠ ਬੋਲ ਕੇ ਅਤੇ ਉੱਥੇ ਵਰਗਲਾ ਕੇ ਲੋਕਾਂ ਨੂੰ ਤੇ ਇਹ ਕੰਮ ਕਰ ਆਏ, ਅਤੇ ਬਾਅਦ 'ਚ ਉੱਥੋਂ ਰਾਤੋਂ ਰਾਤ ਹੀ ਨਿਕਲ ਆਏ, ਪੰਜਾਬ ਨੂੰ ਭੱਜ ਆਏ। ਵੀ ਉਦੋਂ ਕੀ ਗੱਲ ਹੋ ਗਈ ਸੀ, ਫਿਰ ਰੁਕ ਜਾਂਦੇ ਉੱਥੇ। ਉਦੋਂ ਫਿਰ ਇਹ ਲੜਾਈਆਂ ਪਾਉਣ ਗਏ ਸੀ ਅਤੇ ਲੜਾਈ ਪਾ ਕੇ ਪੰਜਾਬ ਨੂੰ ਮੋੜ ਆਏ। ਸੋ ਉੱਥੇ ਜੇ ਰੁਕਦੇ ਜੇ ਬੜੇ ਹੈਗੇ ਸੀ ਤੁਸੀਂ। ਸੋ ਮੈਂ ਤਾਂ ਇਹ ਬਾਰ-ਬਾਰ ਇੱਕੋ ਗੱਲ ਅੱਗੇ ਵੀ ਕੀਤੀ ਹੈ। ਹੁਣ ਅੱਜ ਭਾਨਾ ਸਿੱਧੂ ਲਾਈਵ 'ਚ ਕਹਿਣ ਡਿਆ ਵੀ ਲੱਖਾ ਕੌਮ ਵਾਸਤੇ 100 ਸਾਲ ਦਾ ਸੋਚੀ ਫਿਰਦਾ। ਉਹ ਯਾਰ ਕੋਈ ਅਕਲ ਕਰੋ ਵੀ ਜਿਹੜਾ ਬੰਦਾ MLA ਦੀ ਇਲੈਕਸ਼ਨ ਲੜਨ ਨੂੰ ਤੁਰਨ ਡਿਆ ਫਿਰਿਆ ਹੋਵੇ, ਉਹਨੂੰ 100 ਸਾਲ ਦੀ ਦ੍ਰਿਸ਼ਟੀ ਦਾ ਕੀ ਪਤਾ? ਉਹਨੂੰ ਕੀ ਪਤਾ ਹੈ? ਇਹਨਾਂ ਨੂੰ ਤਾਂ ਇਹ ਨਹੀਂ ਪਤਾ ਵੀ ਹੋ ਸਕਦਾ 2022 ਦੀ ਇਲੈਕਸ਼ਨ ਹੀ ਨਾ ਹੋਵੇ। ਜਿਵੇਂ ਪੰਜਾਬ ਦੇ ਵਿੱਚ ਉਹ ਪੰਜਾਬ ਨੂੰ ਫੌਜ ਦੇ ਹਵਾਲੇ ਕਰ ਰਹੇ ਆ, ਪੰਜਾਬ ਦੇ ਵਿੱਚ ਜਿਹੜਾ ਵਾ ਉਹ BSF ਲਾ ਦਿੱਤੀ ਹੈ, ਅਤੇ ਹੋ ਸਕਦਾ ਰਾਸ਼ਟਰਪਤੀ ਰਾਜ ਲਾ ਦੇਣ ਪੰਜਾਬ ਦੇ ਵਿੱਚ। ਅਤੇ ਇਹਨਾਂ ਨੂੰ ਬਸ ਆਪਣੇ MLA ਬਣਨਾ ਪਈ ਹੈ ਕਿ ਭਾਈ ਅਸੀਂ ਜਿਹੜਾ ਵਾ ਵੀ MLA ਬਣ ਜਾਈਏ ਕਿਸੇ ਤਰੀਕੇ ਨਾਲ। ਅਤੇ ਉਹ ਚੱਕਰ ਦੇ ਵਿੱਚ ਇਹ ਲੱਖੇ ਨੇ ਕਾਮਰੇਡਾਂ ਦੀ ਪਾਲਸ਼ ਮਾਰਨ ਦੇ ਵਿੱਚ ਕੋਈ ਕਸਰ ਨਹੀਂ ਛੱਡੀ। ਮਤਲਬ ਇਹ ਪਹਿਲਾਂ ਜਦੋਂ ਦਿੱਲੀ ਗਿਆ ਸੀ ਸਾਰੇ ਨੌਜਵਾਨ, ਉਦੋਂ ਪਹਿਲਾਂ ਇਹ ਸਟੇਜ 'ਤੇ ਚੜ੍ਹ ਕੇ ਬੋਲਿਆ ਸੀ ਵੀ ਇੱਥੇ ਕਾਮਰੇਡ ਨਾ ਘੋਟੋ, ਇਹਨੇ ਆਪ ਕਿਹਾ ਸਟੇਜ 'ਤੇ ਚੜ੍ਹ ਕੇ। ਹੁਣ ਉਦੋਂ ਨਹੀਂ ਹੀ ਕਾਮਰੇਡੀ ਦੇ ਸਿੱਖਾਂ ਦੇ ਵਿੱਚ ਵਿਰੋਧ ਪੈਂਦਾ, ਜਦੋਂ ਪਹਿਲਾਂ ਬਿਆਨ ਇਹਨੇ ਦਿੱਤਾ ਸੀ। ਜਦੋਂ ਬਾਅਦ 'ਚ ਇਹ ਕਾਮਰੇਡਾਂ ਦੀ ਥੱਲਿਓਂ ਲੱਤ ਥੱਲਿਓਂ ਲੰਘ ਗਿਆ ਸਟੇਜ 'ਤੇ ਚੜ੍ਹਨ ਦਾ ਮਾਰਾ ਵੀ ਮੈਨੂੰ ਮੈਕ ਮਿਲ ਜੇ ਹੈਂ, ਅਤੇ ਮੈਨੂੰ ਜਿਹੜਾ ਵਾ ਬੋਲਣ ਦਾ ਮੌਕਾ ਮਿਲ ਜੇ, ਮੈਨੂੰ ਸਟੇਜਾਂ ਮਿਲ ਜਾਣ। ਉਹ ਤੋਂ ਬਾਅਦ 'ਚ ਜਿਹੜੇ ਬੰਦੇ ਨੇ ਕਾਮਰੇਡਾਂ ਦਾ ਵਿਰੋਧ ਕੀਤਾ, ਇਹ ਬੰਦਾ ਕਹਿੰਦਾ ਤੁਸੀਂ ਮੋਰਚੇ 'ਚ ਫੁੱਟ ਪਾਉਂਦੇ ਹੋ। ਹਾਲਾਂਕਿ ਸੱਚਾਈ ਇਹ ਹੈ ਵੀ ਇਹ ਪਹਿਲਾ ਬੰਦਾ ਸੀ ਜਿਹਨੇ ਮੋਰਚੇ ਦੇ ਵਿੱਚ ਜਾ ਕੇ ਕਾਮਰੇਡਾਂ ਨੂੰ ਕਿਹਾ ਸੀ ਵੀ ਤੁਸੀਂ ਇੱਥੇ ਕਾਮਰੇਡੀ ਨਾ ਘੁੱਟੋ। ਉਹਦਾ ਕਾਰਨ ਵੀ ਇਹ ਤੁਹਾਨੂੰ ਦੱਸ ਦਿੰਦੇ ਹਾਂ ਵੀ ਲੱਖੇ ਨੂੰ ਖੁਦ ਨਹੀਂ ਪਤਾ ਵੀ ਉਹ ਕਾਮਰੇਡ ਆ। ਕਈ ਵਾਰ ਕਾਮਰੇਡਾਂ ਦੇ ਵਿੱਚ ਇਹ ਬਿਮਾਰੀ ਹੁੰਦੀ ਆ ਵੀ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਉਹ ਕਾਮਰੇਡ ਆ। ਉੱਥੇ ਕਈ ਧੁੰਦੇ ਵਰਗੇ ਵੀ ਕਾਮਰੇਡ ਬੈਠੇ ਆ ਜਿਹੜੇ ਆਪਣੇ ਆਪ ਨੂੰ ਮਿਸ਼ਨਰੀ ਸਮਝਦੇ ਆ। ਉੱਥੇ ਕਈ ਡਾਕਟਰ ਸਵੈਮਾਨ ਵਰਗੇ ਬੈਠੇ ਆ ਜਿਹੜੇ ਆਪਣੇ ਆਪ ਨੂੰ ਸਿੱਖ ਸਮਝ ਕੇ ਤੇ ਕਹੀ ਜਾਂਦੇ ਆ ਵੀ ਅਸੀਂ ਕਾਮਰੇਡ ਵੀ ਹਾਂ, ਅਸੀਂ ਸਿੱਖ ਵੀ ਹਾਂ। ਇਹਨਾਂ ਨੂੰ ਬੇਵਕੂਫਾਂ ਨੂੰ ਇਹ ਨਹੀਂ ਪਤਾ ਵੀ ਕਾਮਰੇਡੀ ਦੀ ਜਿਹੜੀ ਮੂਲ ਵਿਚਾਰਧਾਰਾ ਹੈ ਮਾਰਕਸ ਦੀ, ਉਹਦੇ 'ਚ ਸਿੱਖੀ 'ਚ ਜ਼ਮੀਨ ਅਸਮਾਨ ਦਾ ਫਰਕ ਹੈ। ਮਾਰਕਸ ਦੀ ਮੂਲ ਵਿਚਾਰਧਾਰਾ ਕਹਿੰਦੀ ਹੈ ਜ਼ਮੀਨ ਦਾ ਮਾਲਕ ਕਿਸਾਨ ਨਹੀਂ ਹੋਣਾ ਚਾਹੀਦਾ। ਮਾਰਕਸ ਦੀ ਮੂਲ ਵਿਚਾਰਧਾਰਾ ਕਹਿੰਦੀ ਹੈ ਜ਼ਮੀਨ ਦੀ ਮਾਲਕ ਸਟੇਟ ਹੋਵੇ, ਕਿਸਾਨ ਉੱਥੇ ਮਜ਼ਦੂਰੀ ਕਰੇ ਹੈਂ। ਇਹ ਜਿਹੜਾ ਵਾ ਇੱਕ ਮਾਰਕਸ ਦੀ ਕਿਤੇ ਵਿਚਾਰ ਦਾਖਲ ਹੋਵੇ ਜਿੱਥੇ ਕਿਸਾਨਾਂ ਦਾ ਉਹਨੇ ਸੰਘਰਸ਼ ਕੀਤਾ ਹੋਵੇ, ਕਿਸਾਨਾਂ ਦਾ ਘਾਣ ਉਹਨੇ ਜ਼ਰੂਰ ਕੀਤਾ ਮਾਰਕਸ ਨੇ। ਸੋ ਇਹ ਗੱਲਾਂ ਜਿਹੜੀਆਂ ਨੇ ਨਾ, ਅਸੀਂ ਤੇ ਕਲੱਬ ਹਾਊਸ ਦੇ ਉੱਤੇ ਪਿਛਲੇ ਲੰਮੇ ਸਮੇਂ ਤੋਂ ਇਹਦੀਆਂ ਵਿਚਾਰਾਂ ਕੀਤੀਆਂ। ਇਹਨਾਂ ਦੇ ਬਥੇਰੇ ਬੰਦੇ ਆਏ ਆ। ਇੱਕ ਜਗਸੀਰ ਆਇਆ ਸੀ, ਉਹਦਾ ਮੁੰਡਾ ਮੈਨੂੰ ਨਾਂ ਨਹੀਂ ਚੇਤਾ ਕਿਹੜੇ ਕਾਮਰੇਡ ਦਾ ਮੁੰਡਾ ਆ, ਉਹ ਆ ਕੇ ਉੱਥੇ ਵਿਚਾਰਾ ਕਰਨ ਆਇਆ ਸੀ ਵੀ ਭਾਈ ਅਸੀਂ ਵਿਚਾਰ ਕਰਾਂਗੇ। ਅਤੇ ਬਾਅਦ ਜਦੋਂ ਗੱਲ ਨਹੀਂ ਆਈ ਅਤੇ ਇਹ ਕਹਿ ਕੇ ਭੱਜਾ ਉੱਥੋਂ ਵੀ ਅਸੀਂ ਵੀ ਖਾਲਿਸਤਾਨੀ, ਅਸੀਂ ਖਾਲਿਸਤਾਨ ਦਾ ਵਿਰੋਧ ਕਦੋਂ ਕਰਦੇ ਹਾਂ ਹੈਂ, ਵੀ ਅਸੀਂ ਖਾਲਿਸਤਾਨ ਦੇ ਹੱਕ 'ਚ ਹਾਂ, ਅਸੀਂ ਸੰਤਾਂ ਦੀ ਬਰਸੀ 'ਤੇ ਵੀ ਆਵਾਂਗੇ, ਸਾਨੂੰ ਸੱਦੋ। ਅਤੇ ਬਾਅਦ 'ਚ ਅਗਲੇ ਦਿਨ ਰੂਮ ਬਣਾ ਕੇ ਪ੍ਰਾਈਵੇਟ, ਉਹ ਉਸੇ ਰੂਮ ਦੇ ਵਿੱਚ ਸਿੱਖਾਂ ਨੂੰ ਅਤੇ ਖਾਲਿਸਤਾਨੀ ਨੂੰ ਗਾਲਾਂ ਕੱਢਣ ਡਿਆ। ਹੁਣ ਉਦੋਂ ਦਾ ਕਲੱਬ ਹਾਊਸ 'ਤੇ ਨਹੀਂ ਆਇਆ ਬਾਅਦ 'ਚ। ਸੋ ਇਹ ਤੁਹਾਨੂੰ ਇੱਕ ਨਾ ਅਸੀਂ ਅੱਗੇ ਵੀ ਕਹਿੰਦੇ ਹਾਂ ਵੀ ਬਾਅਦ 'ਚ ਤੁਸੀਂ ਪਿੱਟ ਸਿਆਪਾ ਪਾਉਂਦੇ ਹੁੰਦੇ ਜੋ ਵੀ ਭਾਈ ਫਲਾਣਾ ਸਿੰਘਾਂ ਨੇ ਐਂ ਕਰ ਦਿੱਤਾ, ਸਿੰਘਾਂ ਨੇ ਇਉਂ ਕਰ ਦਿੱਤਾ, ਪਾਸ਼ ਨੂੰ ਇਉਂ ਕਰਤਾ, ਫਲਾਣੇ ਨੂੰ ਇਉਂ ਕਰਤਾ। ਇਹ ਗੱਲਾਂ ਤੁਸੀਂ ਅੱਜ ਵੇਖੋ, ਅੱਜ ਵਿਚਾਰ ਲਓ। ਕੋਈ ਕਿਸੇ ਦਾ ਦਿਮਾਗ ਐਡਾ ਹਿੱਲਿਆ ਨਹੀਂ ਹੁੰਦਾ ਵੀ ਬੰਦਾ ਕਿਸੇ ਦੇ ਮਗਰ ਪੈ ਜਾਵੇ, ਕਿਸੇ ਦੇ ਵੈਰ ਪੈ ਜਾਵੇ ਅਤੇ ਕਿਸੇ ਦੀ ਜਾਨ ਦਾ ਦੁਸ਼ਮਣ ਬਣ ਜਾਏ। ਤੁਹਾਡੇ ਵਰਗੀਆਂ ਚਵਲਾਂ ਜਦੋਂ ਮੂੰਹ ਖੋਲ੍ਹਣ ਲੱਗਿਆ ਨਹੀਂ ਨਾ ਵੇਖਦੀਆਂ ਵੀ ਅਸੀਂ ਬੋਲਣਾ ਕੀ ਆ ਅਤੇ ਕਰਨਾ ਕੀ ਆ। ਇੱਕ ਉੱਥੇ ਸਿੰਘ ਨਿਰਦੋਸ਼ ਨੂੰ ਫੜ ਕੇ ਜਿਹੜਾ ਬਾਣੇ ਦੇ ਵਿੱਚ ਆਇਆ, ਉਹਨੂੰ ਫੜ ਕੇ ਤਾਂ ਤੁਸੀਂ ਉਹਨੂੰ ਜਲੀਲ ਕੀਤਾ, ਉਹਦਾ ਬਾਣਾ ਲਵਾਇਆ। ਅਤੇ ਸਭ ਨੂੰ ਵੱਡਾ ਨੁਕਸਾਨ ਇਸ ਗੱਲ ਦਾ ਪਤਾ ਕੀ ਹੋਇਆ? ਉਹ ਹਰਿਆਣੇ ਦਾ ਜਾਟ ਸੀ ਨੌਜਵਾਨ, ਅਤੇ ਉਹ ਜਾਟ ਜਿਹੜੇ ਸੀ ਪਿਛਲੇ ਲੰਮੇ ਸਮੇਂ ਤੋਂ ਸਿੱਖੀ ਨਾਲ ਜੁੜ ਰਹੇ ਆ, ਅਤੇ ਕਿਸਾਨੀ ਅੰਦੋਲਨ ਦੇ ਵਿੱਚ ਵੀ ਉਹ ਜਾਟ ਜਿਹੜੇ ਸਿੱਖੀ ਨਾਲ ਜੁੜ ਰਹੇ ਆ। ਅਤੇ ਇਹ ਭੁੱਲ ਜਾਓ ਵੀ ਉਹ ਕਿਸਾਨੀ ਅੰਦੋਲਨ ਕਰਕੇ ਜੁੜ ਰਹੇ ਆ, ਉਹ ਪਹਿਲਾਂ ਦੇ ਜੁੜ ਰਹੇ ਆ। 2015-16 ਤੋਂ ਇੱਥੇ ਮੂਵਮੈਂਟ ਚੱਲ ਰਹੀ ਹੈ। ਉਹ ਮੁੰਡਾ ਸਿੱਖ ਬਣਿਆ, ਅਤੇ ਉਹ ਜਦੋਂ ਅੱਜ ਇਹਦੀ ਸਿੱਖਾਂ ਦੇ ਹੱਥੋਂ ਹੀ ਦਸਤਾਰ ਲਵਾਈ ਨਾ ਲੱਖੇ ਸਿਧਾਣੇ ਨੇ, ਅਤੇ ਉਹਨਾਂ ਦੇ ਪਿੰਡ ਦੇ ਜਿਹੜੇ ਹਿੰਦੂ ਅਤੇ ਬਾਕੀ ਤਬਕੇ ਨੇ ਨਾ ਉਹਨਾਂ ਇਲਾਕਿਆਂ ਦੇ, ਉਹ ਉਹਨਾਂ ਨੂੰ ਮਿਹਣੇ ਮਾਰ ਰਹੇ ਆ ਵੀ ਬਣ ਗਏ ਸਿੱਖ। ਵੀ ਜਿਹੜੇ ਜਾਟਾਂ ਦੇ ਵਿੱਚ ਸਿੱਖ ਬਣਨ ਦਾ ਰੁਝਾਨ ਸੀ, ਲੱਖੇ ਦੀ ਇਸ ਕਰਤੂਤ ਦਾ ਕਰਕੇ ਉਹ ਵਿਚਾਰੇ ਸ਼ਰਮਿੰਦੇ ਹੋ ਰਹੇ ਆਪਣੀ ਕਮਿਊਨਿਟੀਜ਼ ਦੇ ਅੱਗੇ ਵੀ ਅਸੀਂ ਦੇਖੋ ਜੀ ਸਿੱਖ ਬਣਨ ਤੁਰੇ ਸੀ ਅਤੇ ਸਾਡੀਆਂ ਆਪਣੀਆਂ ਪੱਗਾਂ ਜਿਹੜੀਆਂ ਉਹ ਸਿੱਖ ਲਾਉਣ ਲੱਗ ਪਏ। ਅਤੇ ਕੰਮ ਕਰਾਇਆ ਕਿੰਨੇ ਆ? ਇਹ ਲੱਖਾ ਜਿਹੜਾ ਕਹਿੰਦਾ ਵੀ ਮੈਂ ਸੋਚ ਵਿਚਾਰ ਕੇ ਬਿਆਨ ਦਿੰਦਾ, ਜਿਹਦੇ ਮੂੰਹ 'ਚ ਘੁੰਗੜੀਆਂ ਪੈ ਗਈਆਂ ਸੀ 26 ਜਨਵਰੀ ਤੋਂ ਬਾਅਦ 'ਚ,
ਤੇ ਜਿਹੜਾ ਬਾਹਰੋਂ ਬਾਹਰ ਜ਼ਮਾਨਤ ਕਰਾ ਕੇ ਤੇ ਉੱਥੇ ਮੋਰਚੇ ਦੇ ਲੀਡਰਾਂ ਦੇ ਉੱਥੇ ਸਿੰਘੂ ਸਟੇਜ ਤੇ ਵੀ ਬੋਲਿਆ ਜਾ ਕੇ ਸਾਰਾ ਕੁਝ ਕਰ ਲਿਆ ਹੈ। ਉਹ ਲੱਖਾ ਜਦੋਂ ਉੱਥੇ ਅੱਜ ਕੱਲ੍ਹ ਦਿੱਲੀ ਗਿਆ ਵਾ ਉਦੋਂ ਨਹੀਂ ਇਹਨੇ ਖੋਜਬੀਨ ਕੀਤੀ? ਉਦੋਂ ਇਹਦਾ ਖੋਜੀ ਦਿਮਾਗ ਕਿੱਥੇ ਚਲ ਗਿਆ ਸੀ? ਕਿਹੜੇ ਕਾਮਰੇਡ ਦੀ ਪਾਲਸ਼ ਮਾਰਨ ਤੇ ਲੱਗਾ ਇਹ ਖੋਜੀ ਦਿਮਾਗ ਇਹਦਾ? ਉਦੋਂ ਜਾਂਦਾ ਲਾਗੇ ਲੋਕਾਂ ਨੂੰ ਪੁੱਛਦਾ ਵੀ ਇੱਥੇ ਮਸਲਾ ਕੀ ਬਣਿਆ ਹੈ। ਜਦੋਂ ਉੱਥੇ ਜਾ ਕੇ ਇਹ ਪੁੱਛਦਾ ਲੋਕਾਂ ਨੂੰ ਵੀ ਇੱਥੇ ਕੀ ਮਸਲਾ ਸੀ, ਇਹ ਨੌਜਵਾਨ ਕੌਣ ਆ, ਇਹ ਸੱਚਾ ਆ ਝੂਠਾ ਵੇ ਕੌਣ ਆ ਤੇ ਉਦੋਂ ਨਿਬੇੜਾ ਹੋ ਜਾਂਦਾ। ਉੱਦਾਂ ਤੇ ਸਾਰੇ ਮਸਲਿਆਂ ਦੀ ਖੋਜਬੀਨ ਕਰਦਾ। ਕੱਲ੍ਹ ਇਹਨੇ ਉੱਥੇ ਬਿਨਾਂ ਕਿਸੇ ਜਾਂਚ ਪੜਤਾਲ ਤੋਂ ਇੱਕ ਤੇ ਨੌਜਵਾਨ 'ਤੇ ਇਲਜ਼ਾਮ ਲਾਇਆ ਵੀ ਇਹਨੂੰ ਬਾਹਰੋਂ ਪੈਸੇ ਆਏ ਆ। ਅਸੀਂ ਤਾਂ ਹੁਣ ਕਹਿੰਦੇ ਹਾਂ ਵੀ ਜੇ ਪਿਓ ਦਾ ਪੁੱਤ ਤੇ ਸਾਬਤ ਕਰੇ ਵੀ ਬਾਹਰੋਂ ਪੈਸੇ ਕਿੱਥੋਂ ਆਏ ਆ, ਜੇ ਨਹੀਂ ਆਏ ਤੇ ਫਿਰ ਸ਼ਰਮ ਨਾਲ ਨੱਕ ਨਹੀਂ ਡੁੱਬਣਾ ਜਾਂਦਾ। ਫਿਰ ਇਹ ਗੱਲ ਇਲਜ਼ਾਮ ਕਿਉਂ ਲਾਇਆ? ਸੋ ਇਹ ਗੱਲਾਂ ਜਿਹੜੀਆਂ ਨਾ ਇਹ ਆਪਣੇ ਲੋਕਾਂ ਨੂੰ ਜਿਨ੍ਹਾਂ ਨੂੰ ਭੁਲੇਖਾ ਸੀ ਵੀ ਲੱਖਾ ਜੀ ਦੇਖੋ ਜੀ ਇਹ ਵੀ ਪੰਥਕ ਆ, ਚਲੋ ਮਾੜਾ ਮੋਟਾ ਕਾਮਰੇਡੀ ਕਰਦਾ ਹੈ। ਜਿਹੜਾ ਬੰਦਾ ਪੰਥਕ ਹੋਵੇ ਪਹਿਲੀ ਗੱਲ ਉਹਦੇ ਪ੍ਰਤੀ ਗੁਰੂ ਘਰ ਦੇ ਪ੍ਰਤੀ ਇਹੋ ਜਿਹੇ ਵਿਚਾਰ ਨਹੀਂ ਆਉਂਦੇ। ਨਾ ਉਹ ਬੰਦਾ ਕਦੇ ਜ਼ਿੰਦਗੀ 'ਚ ਇਹ ਗੱਲ ਕਹੂਗਾ ਵੀ ਭਾਈ ਮੈਂ ਗੁਰਦੁਆਰੇ ਨੱਕ ਨਹੀਂ ਰਗੜਨਾ ਮੈਂ ਨਹੀਂ ਰਗੜਦਾ ਨੱਕ ਗੁਰਦੁਆਰੇ ਨੱਕ ਰਗੜਨਾ ਭਲਾ ਕੀ ਹੁੰਦਾ? ਇਹਨਾਂ ਨੂੰ ਪਤਾ ਹੈ ਗੱਲ? ਗੁਰੂ ਘਰ ਤੇ ਸਭ ਨੱਕ ਰਗੜਦੇ ਨੇ, ਗੁਰੂ ਘਰ ਨੱਕ ਰਗੜਨੇ ਸਭ ਕੋ ਪ੍ਰਾਪਤ ਹੁੰਦਾ। ਤੇ ਇਹ ਬੰਦਾ ਜੇ ਐਡਾ ਹੰਕਾਰੀ ਹੈ, ਇਹ ਕਹਿੰਦਾ ਮੈਂ ਨਹੀਂ ਜਾਓ ਰਗੜਦਾ ਨੱਕ ਗੁਰੂ ਘਰ, ਮੈਂ ਨਹੀਂ ਉਹ ਕਰਦਾ, ਤੂੰ ਨਾ ਕਰ। ਤੂੰ ਇਹ ਸਿੱਖਾਂ ਨੂੰ ਕੀ ਸੁਣਾਉਣਾ ਇਹ ਗੱਲਾਂ ਕਰ ਕਰਕੇ ਬਾਰ-ਬਾਰ? ਇਹ ਕਦੀ ਕਹਿੰਦਾ ਵੀ ਫਲਾਣੇ ਨੂੰ ਤੁਸੀਂ ਐ ਨਹੀਂ ਕਰਦੇ, ਤੁਸੀਂ ਉਹਨੂੰ ਕਰ ਲੈਂਦੇ ਜੋ। ਹੁਣ ਇਹ ਜਿਹੜਾ ਇਹਦਾ ਤਮਾਸ਼ਾ ਹੈ ਨਾ ਲੱਖੇ ਦਾ, ਉਹ ਇਹ ਹੈ ਵੀ ਜਦੋਂ ਹੁਣ ਅੱਜ ਭਾਨਾ ਕਹਿ ਰਿਹਾ ਵੀ ਇਹਦੇ ਕੋਲ ਜੀ 100 ਸਾਲ ਦੀ ਦ੍ਰਿਸ਼ਟੀ ਹੈ, ਮੈਂ ਚੈਲੰਜ ਕਰਦਾ ਵੀ ਲੱਖੇ ਨੂੰ ਕਿਹਾ ਵੀ 10 ਮਿੰਟ ਮੇਰੇ ਨਾਲ ਡਿਬੇਟ 'ਚ ਆ ਜੇ, ਜਿੱਥੇ ਆਉਣਾ ਲਾਈਵ ਹੀ ਹੋ ਜਾਂਦੇ ਆ ਕਿਸੇ ਚੈਨਲ 'ਤੇ ਆ ਜੇ। ਕਿਹੜੀ ਤੇਰੀ 100 ਸਾਲ ਦੀ ਦ੍ਰਿਸ਼ਟੀ ਹੈ? ਜਿਹੜਾ ਬੰਦਾ MLA ਦੀ ਚੋਣ ਦੀ ਤਿਆਰੀ ਕਰ ਰਿਹਾ ਹੋਵੇ ਹਿੰਦੁਸਤਾਨ ਵਰਗੇ ਮੁਲਕ ਦੇ ਵਿੱਚ, ਜਿੱਥੇ ਸਟੇਟ ਦਾ ਕੋਈ ਅਧਿਕਾਰ ਨਹੀਂ, ਜਿੱਥੇ ਸਟੇਟਾਂ ਨੂੰ ਇਹ ਰਾਈਟ ਨਹੀਂ, ਅੱਜ ਪੰਜਾਬੀ ਬੋਲੀ ਬੈਨ ਕੀਤੀ CBSE 'ਚੋਂ ਤੇ ਪੰਜਾਬ ਦਾ ਮੁੱਖ ਮੰਤਰੀ ਇਹ ਟਵੀਟ ਕਰ ਰਿਹਾ ਵੀ ਮੈਂ ਇਹਦੀ ਨਿੰਦਾ ਕਰਦਾ। ਮੁੱਖ ਮੰਤਰੀ ਜਿਵੇਂ ਚੌਂਕੀਦਾਰ ਵਾਂਗੂ ਟਵੀਟ ਕਰ ਰਿਹਾ ਵੀ ਉਹਦੇ ਹੱਥ 'ਚ ਨਹੀਂ ਹੈਗੀ ਇਹ ਗੱਲ ਵੀ ਉਹ CBSE ਨੂੰ ਕਹਿ ਸਕੇ ਵੀ ਭਾਈ ਤੁਸੀਂ ਇਹ ਪੰਜਾਬੀ ਦਾ ਬੈਨ ਕਿੱਦਾਂ ਕਰ ਸਕਦੇ, ਕਾਨੂੰਨ ਬਣਾ ਦਿਓ। ਪਰ ਨਹੀਂ, ਉਹ ਮੁੱਖ ਮੰਤਰੀ ਕੋਈ ਇੰਨੀ ਪਾਵਰ ਨਹੀਂ ਤੇ ਲੱਖੇ ਨੂੰ ਲੱਗਦਾ ਵੀ ਮੈਂ MLA ਬਣ ਕੇ ਤੇ ਪੰਜਾਬ ਦਾ ਕੁਛ ਸਵਾਰ ਦੂੰਗਾ। ਫਿਰ ਆਂਦਾ ਮੇਰੇ ਕੋਲ 100 ਸਾਲ ਦੀ ਦ੍ਰਿਸ਼ਟੀ ਹੈ ਵੀ ਮੈਨੂੰ ਪਤਾ 100 ਸਾਲ ਅੱਗੇ ਸੋਚੀ ਫਿਰਦਾ ਕੌਮ ਵਾਸਤੇ। ਉਹ ਭਰਾ 100 ਸਾਲ ਅਸੀਂ ਕੌਮ ਨੂੰ ਜਲੀਲ ਨਹੀਂ ਕਰਾਉਣਾ ਹਿੰਦੁਸਤਾਨ ਦੇ ਹੱਥ 'ਚ ਇਸ ਕਰਕੇ ਜਿਹੜੀ 100 ਸਾਲ ਦੀ ਦ੍ਰਿਸ਼ਟੀ ਹੈ ਉਹ ਕਿਤੇ ਹੋਰ ਜਾ ਕੇ ਵਰਤੋ। ਸਾਡੀ ਕੌਮ ਨੂੰ 100 ਸਾਲ ਦੀ ਬਾਰੇ ਦੱਸਣ ਦੀ ਲੋੜ ਨਹੀਂ। ਨਾਲੇ ਜਦੋਂ ਤੂੰ ਕਹਿ ਚੁੱਕਾ ਵੀ ਮੈਂ ਪੰਜਾਬੀ ਹਾਂ, ਮੈਂ ਸਿੱਖ ਨਹੀਂ ਹੈਗਾ, ਤੇ ਫਿਰ ਤੈਨੂੰ ਕੌਮ ਦੀ ਕੀ ਚਿੰਤਾ? ਤੈਨੂੰ ਇਹਦੀ ਕੀ ਚਿੰਤਾ? ਜਿਹੜੇ ਭਾਨੇ ਵਰਗੇ ਤੇ ਜਗਦੀਪ ਰੰਧਾਵੇ ਵਰਗੇ ਤੁਸੀਂ ਨਾਂ ਰੱਖੇ ਆ, ਇਹ ਕੋਈ ਇੰਟੈਲੈਕਚੁਅਲ ਬੰਦੇ ਆ ਵੀ ਜਿਨ੍ਹਾਂ ਨੂੰ ਤੁਸੀਂ ਨਾਂ ਲੈ ਕੇ ਤੁਰੇ ਫਿਰਦੇ ਜੋ? ਇਹ ਬੰਦਿਆਂ ਨੇ ਦੱਸਣਾ ਵੀ ਕੌਮ ਨੇ ਕਿਹੜੇ ਰਾਹ 'ਤੇ ਤੁਰਨਾ? ਮਤਲਬ ਇਹਨਾਂ ਕੋਲ ਕਿਹੜਾ ਐਸਾ ਤਜਰਬਾ ਹੈ ਵੀ ਜਿਹੜੇ ਤੋਂ ਇਹ ਦੱਸ ਸਕਣ? ਇਹਨਾਂ ਨੂੰ ਅੱਖਰ ਸਹੀ ਤਰ੍ਹਾਂ ਬੋਲਣੇ ਨਹੀਂ ਆਉਂਦੇ। ਕਦੀ ਕਿਤੇ ਜਾ ਕੇ ਝੋਨਾ ਦਿਖਾਉਣ ਲੱਗ ਪੈਂਦੇ ਆ, ਕਦੀ ਕਿਤੇ ਜਾ ਕੇ ਸਕੂਲ ਦਿਖਾਉਣ ਲੱਗ ਪੈਂਦੇ ਲਾਈਵ ਹੋ ਕੇ। ਕੀਤਾ ਕੀ ਅੱਜ ਤੱਕ ਬੋਰਡ ਕਾਲੇ ਕਰਨ ਤੋਂ ਲੈਦਾ? ਇਹ ਵੀ ਦੱਸੋ ਨਾ, ਕੋਈ ਇੱਕ ਪ੍ਰਾਪਤੀ ਗਿਣਾ ਦਿਓ ਵੀ ਜੇ ਤੁਸੀਂ ਬੋਰਡ ਕਾਲੇ ਕਰਨ ਤੋਂ ਲੈਦਾ ਇੱਕ ਕੋਈ ਪ੍ਰਾਪਤੀ ਤੁਹਾਡੀ ਹੋਵੇ। ਮੋਰਚੇ 'ਚ ਤੁਸੀਂ ਗਏ ਮੋਰਚੇ 'ਚ ਜਾ ਕੇ ਤੁਸੀਂ ਕਾਮਰੇਡਾਂ ਨਾਲ ਸਮਝੌਤਾ ਕਰਕੇ ਨੌਜਵਾਨਾਂ ਦੇ ਜੇਲ੍ਹ 'ਚ ਜਾਣ ਦਾ ਰਾਹ ਪੱਧਰਾ ਕੀਤਾ। ਜਿਹੜੀ ਸਟੇਜ ਤੋਂ ਦੀਪ ਨੂੰ ਗਦਾਰ ਕਿਹਾ ਗਿਆ ਉਸੇ ਸਟੇਜ 'ਚੋਂ ਤੈਨੂੰ ਕਿਹਾ ਗਿਆ। ਜਿਹੜਾ ਪਰਚਾ ਦੀਪ 'ਤੇ ਸੀ ਉਹ ਪਰਚਾ ਤੇਰੇ 'ਤੇ ਸੀ। ਦੀਪ 3 ਮਹੀਨੇ ਜੇਲ੍ਹ 'ਚ ਰਹਿ ਕੇ ਆ ਗਿਆ, ਤੇਰੀ ਜ਼ਮਾਨਤ ਕਿੱਦਾਂ ਬਾਰ-ਬਾਰ ਹੋ ਗਈ? ਵੀ ਸਾਨੂੰ ਮੂਰਖ ਸਮਝਿਆ ਵਾ ਕਿ ਦੁਨੀਆ ਨੂੰ ਮੂਰਖ ਸਮਝ ਲਿਆ ਤੁਸੀਂ? ਹੁਣ ਇਹ ਨਾ ਕਹਿ ਦੀ ਵੀ ਮੈਂ ਲੁਕਣ 'ਚ ਬੜਾ ਮਾਰ ਤੇ ਏਜੰਸੀਆਂ ਲੱਭ ਨਹੀਂ ਸਕੀਆਂ ਮੈਨੂੰ। ਲੁਕਿਆ ਕਿੱਥੇ ਆ ਕਿੱਥੇ ਨਹੀਂ ਸਾਰਿਆਂ ਨੂੰ ਪਤਾ, ਕਿਹੜੇ ਘਰਾਂ 'ਚ ਪੰਜਾਬ 'ਚ ਰਿਹਾ ਸਾਰਿਆਂ ਨੂੰ ਪਤਾ। ਸੋ ਇਹ ਗੱਲਾਂ ਜਿਹੜੀਆਂ ਨਾ ਜਦੋਂ ਨਿਕਲਦੀਆਂ ਵਾ ਅਸੀਂ ਵੀ ਇਸ ਲਿਹਾਜ਼ ਹੀ ਕਰਦੇ ਹਾਂ ਵੀ ਚਲੋ ਕੋਈ ਨਹੀਂ, ਆਪਣੇ ਬੰਦੇ ਆਪਣੀ ਬੰਦਿਆਂ 'ਚ ਫੁੱਟ ਨਹੀਂ ਪਾਉਣੀ। ਪਰ ਜਿਹੜਾ ਕੰਮ ਤੂੰ ਕੱਲ੍ਹ ਕਰ ਦਿੱਤਾ ਨਾ, ਇਹ ਕੰਮ ਕੋਈ ਮਾੜੀ ਮੋਟੀ ਕਰਾਇਤ ਨਹੀਂ ਹੈਗੀ, ਇਹ ਬੱਜਰ ਕਰਾਇਤ ਆ, ਇਹ ਪਾਪ ਆ ਜਿਹੜਾ ਤੂੰ ਕੀਤਾ। ਜੇ ਉੱਥੇ ਫਰਜ਼ ਕਰੋ ਨਿਹੰਗ ਸਿੰਘ ਗਲਤ ਵੀ ਹੁੰਦਾ, ਪਹਿਲੀ ਗੱਲ ਤੇ ਹੁਣ ਸਾਬਤ ਹੋ ਗਿਆ ਵੀ ਉਹਦੀ ਕੋਈ ਗਲਤੀ ਨਹੀਂ, ਮੁੰਡੇ ਦੀ ਇੱਕ ਵੀ ਗਲਤੀ ਨਹੀਂ ਉਹਦੀ ਨੌਜਵਾਨ ਦੀ। ਜੇ ਗਲਤ ਵੀ ਹੁੰਦਾ ਤੇ ਫਿਰ ਵੀ ਤੇਰੇ ਵਰਗੇ ਬੰਦੇ ਨੂੰ ਤੇ ਇਹ ਚਾਹੀਦਾ ਸੀ ਵੀ ਜਾਂਚ ਪੜਤਾਲ ਕਰੇ ਵੀ ਬਾਣੀ ਨੂੰ ਹੱਥ ਪਾਉਣ ਦਾ ਕੀ ਮਤਲਬ ਅਗਲੇ ਦਿਨ। ਇਹ ਕਹਿੰਦਾ ਵੀ ਮੈਂ ਬਾਣਾ ਨਹੀਂ ਲਵਾਇਆ ਉਹਦਾ, ਇਹਦੇ ਬੰਦੇ ਕਹੀ ਜਾਂਦੇ ਉਹਨਾਂ ਨਿਹੰਗ ਸਿੰਘਾਂ ਨੇ ਲਾਇਆ ਬਾਣਾ ਲਵਾਇਆ ਨਹੀਂ। ਜਦੋਂ ਤੂੰ ਉੱਥੇ ਜਾ ਕੇ ਗਿਆ ਵੀ RSS ਦਾ ਬੰਦਾ ਨਕਲੀ ਨਿਹੰਗ ਸਿੰਘ ਆ, ਉੱਥੇ ਲੋਕਾਂ ਨੇ ਵੀ ਲਾਇਆ ਹੋਵੇ ਤੇ ਤੇਰਾ ਕਸੂਰ ਨਹੀਂ ਹੈਗਾ। ਦੇਖ, ਭੀੜ ਨੂੰ ਭੜਕਾਉਣ ਵਾਲੇ ਦਾ ਵੱਧ ਕਸੂਰ ਹੁੰਦਾ ਭੀੜ ਨਾਲੋਂ। ਭੀੜ ਤੇ ਮੂਰਖਾਂ ਦਾ ਟੋਲਾ ਹੁੰਦਾ ਜਿਨ੍ਹਾਂ ਨੇ ਇਹ ਕੰਮ ਕਰਨਾ ਹੁੰਦਾ, ਤੇ ਤੇਰੇ ਵਰਗੇ ਬੰਦੇ ਜਿਹੜੇ ਭੀੜ ਨੂੰ ਭੜਕਾਉਂਦੇ ਆ ਜਾ ਕੇ ਉੱਥੇ, ਉਹਨਾਂ ਦਾ ਕੀ ਹੈ? ਸੋ ਸੰਗਤ ਨੂੰ ਇਹੋ ਹੀ ਬੇਨਤੀ ਆ, ਇੱਥੇ ਜਥੇਬੰਦੀਆਂ ਸਿੱਖ ਜਥੇਬੰਦੀਆਂ ਨੂੰ ਵੀ ਬੇਨਤੀ ਹੈ ਵੀ ਜਿਹੜੇ ਨੌਜਵਾਨ ਹਰਿਆਣੇ 'ਚੋਂ ਸਿੱਖ ਬਣ ਰਹੇ ਆ ਉਹਨਾਂ ਨੂੰ ਸਾਡੀ ਹਮਾਇਤ ਦੀ ਲੋੜ ਹੈ ਇਹਦੇ ਨਾਲ ਕੋਈ ਨਹੀਂ ਨਜਿੱਠ ਲਾਂਗੇ। ਪਰ ਜਿਹੜਾ ਉਹਨਾਂ ਦੇ ਮਨ 'ਚ ਇਹ ਮੈਸੇਜ ਨਹੀਂ ਜਾਣਾ ਚਾਹੀਦਾ ਵੀ ਪੰਥ ਜਿਹੜਾ ਵਾ ਉਹ ਕੀ ਨਾ ਲਈਦਾ ਵਾ ਆਪਣਾ ਉਹ ਸਾਡੀ ਬੇਇੱਜ਼ਤੀ ਕੀਤੀ ਹੈ ਫੜ ਕੇ ਇੱਥੇ ਤੇ ਪੰਥ ਚੁੱਪਚਾਪ ਬੈਠਾ, ਉਹਨਾਂ ਨੂੰ ਕੋਈ ਮਤਲਬ ਨਹੀਂ ਹੈ। ਇਹਨਾਂ ਨੇ ਤਰਕ ਬਣਾਇਆ ਵੀ ਇਹ ਪੰਜਾਬੀ ਨਹੀਂ ਬੋਲ ਰਿਹਾ ਨੌਜਵਾਨ, ਵੀ ਚਵਲੋ ਉਹ ਖੋਤੇ ਦਿਮਾਗੋ ਬਦ ਦਿਮਾਗੋ ਬੰਦਾ ਹਰਿਆਣੇ 'ਚ ਜੰਮਿਆ ਪੜਿਆ, ਉਹ ਪੁਆਧੀ ਡਾਇਲੈਕਟ 'ਚ ਗੱਲ ਕਰ ਰਿਹਾ, ਉਹ ਪੰਜਾਬੀ ਕਿੱਥੋਂ ਬੋਲ ਲਵੇ 2-4 ਮਹੀਨਿਆਂ ਦੇ ਵਿੱਚ? ਜਾਂ ਪੰਜਾਬੀ ਲਿਖਣੀ ਬੋਲਣੀ ਕਿੱਥੋਂ ਸਿੱਖ ਜਾਵੇ? ਵੀ ਤੁਸੀਂ ਕੋਈ ਅਕਲ ਤੋਂ ਤੇ ਕੰਮ ਲਓ। ਹੁਣ ਤੁਸੀਂ ਇਹ ਜਾਂ ਤੇ ਇਹ ਕਾਪੀਰਾਈਟ ਹੈ ਤੁਹਾਡੇ ਕੋਲ ਵੀ ਜਿਹੜਾ ਬੰਦਾ ਪੰਜਾਬੀ ਬੋਲਦਾ ਉਹ ਸਿੱਖ ਨਹੀਂ ਹੋ ਸਕਦਾ। ਜਿਹੜੇ ਹੁਣ ਸਾਊਥ ਦੇ ਸਿੱਖ ਆ, ਤਾਮਿਲ ਦੇ ਸਿੱਖ ਆ, ਜਿਹੜੇ ਸਿੱਖਲੀ ਘਰ ਸਿੱਖ ਆ ਉਹ ਪੰਜਾਬੀ ਨਹੀਂ ਬੋਲਦੇ, ਉਹਨਾਂ ਦੇ ਕੋਲ ਸਿੱਖ ਦੇ ਸਰਟੀਫਿਕੇਟ ਖੋਲ੍ਹੋਗੇ ਤੁਸੀਂ?
ਇਹ ਜਿਹੜੀਆਂ ਗੱਲਾਂ ਨੇ ਨਾ, ਇਹ ਗੱਲਾਂ ਤਾਂ ਪਤਾ ਨਹੀਂ ਤੁਹਾਡਾ ਦਿਮਾਗ ਹੈਗਾ ਕਿ ਨਹੀਂ ਹੈਗਾ, ਮੈਨੂੰ ਤਾਂ ਨਹੀਂ ਲੱਗਦਾ ਹੈਗਾ। ਜੇ ਹੈਗਾ ਤੈਨੂੰ ਮਾੜਾ ਮੋਟਾ ਵਰਤਿਆ ਕਰੋ ਵੀ ਉੱਥੇ ਜਿਹੜਾ ਤੁਸੀਂ ਕੰਮ ਕੀਤਾ, ਜਿਹੜਾ ਮਾਹੌਲ ਤੁਸੀਂ ਪੈਦਾ ਕਰ ਦਿੱਤਾ ਨਾ ਮੋਰਚੇ 'ਚ, ਵੀ ਜਿਹੜਾ ਲੋਕਾਂ ਨੂੰ ਇੱਕ ਦੂਜੇ ਨਾਲ ਸ਼ੱਕ ਦੀ ਨਿਗਾਹ ਨਾਲ ਵੇਖਣ ਲਾਤਾ, ਇਹ ਸਾਰਾ ਮਾਹੌਲ ਤੁਸੀਂ ਇਸ ਕਰਕੇ ਪੈਦਾ ਕੀਤਾ ਵੀ ਲੋਕ ਉੱਥੇ ਆਪਸ 'ਚ ਛਿੱਤਰੋ ਛਿੱਤਰੀ ਹੋਣ। ਹੁਣ ਲੱਖਾ ਦੱਸੇ ਵੀ ਉੱਥੇ ਰੋਜ਼ ਦਾਰੂ ਪੀ ਕੇ ਲੜਾਈਆਂ ਨਹੀਂ ਹੁੰਦੀਆਂ ਮੋਰਚੇ ਦੇ ਵਿੱਚ। ਲੱਖਾ ਦੱਸੇ ਵੀ ਉੱਥੇ ਰੋਜ਼ ਮੋਰਚੇ 'ਚ ਛਿੱਤਰਪਤਾਣ ਨਹੀਂ ਹੁੰਦਾ। ਕਿੰਨੀ ਕੁ ਵਾਰੇ ਲਾਈਵ ਹੋ ਕੇ ਤੇ ਮੋਰਚਾ ਜਲੂਸ ਕੱਢਦੇ। ਕੱਲ੍ਹ ਇਹਨਾਂ ਨੇ ਇਹ ਕੰਮ ਕਿਉਂ ਕੀਤਾ? ਜੇ ਉੱਥੇ ਸਾਰਾ ਕੁਝ ਹੁੰਦਾ ਸੀ ਤੇ ਕਾਮਰੇਡ ਲਗਾ ਕੇ ਰੱਖਦੇ ਸੀ। ਉੱਥੇ ਕੁੜੀ ਮਰ ਗਈ ਇੱਕ, ਜੇ ਤੇ ਬਲਾਤਕਾਰ ਦੇ ਲੱਗੇ ਸੀ ਵੀ ਇਹਦਾ ਬਲਾਤਕਾਰ ਹੋਇਆ। ਉੱਥੇ ਇੱਕ ਕੁੜੀ ਨੇ ਟਵਿੱਟਰ 'ਤੇ ਜਾ ਕੇ ਰੌਲਾ ਪਾਇਆ ਵੀ ਮੈਨੂੰ ਸਵੈਮਾਨ ਦੇ ਬੰਦੇ ਨੇ ਛੇੜਿਆ, ਉਹਦਾ ਜਥੇਬੰਦੀਆਂ ਨੇ ਕੇਸ ਨੱਪ ਲਿਆ। ਨਿਹੰਗ ਸਿੰਘਾਂ ਦੇ ਇਹਨੇ ਕੱਲ੍ਹ ਉੱਥੇ ਬੈਠੇ ਨੇ ਲੱਖੇ ਨੇ ਵੀਡੀਓ ਦੇ ਵਿੱਚ ਇਹ ਗੱਲ ਕਹੀ ਵੀ ਜਿਹੜਾ ਸਰਬਜੀਤ ਸਿੰਘ ਨੇ ਸੌਦਾ ਲਾਇਆ। ਹੁਣ ਇਹਦੀ ਪਲੈਨਿੰਗ ਵੇਖੋ ਤੁਸੀਂ। ਇਹਨੇ ਉਹ ਵੀ ਕਿਹਾ ਵੀ ਜਿਨ੍ਹਾਂ ਨੇ ਸੌਦਾ ਲਾਇਆ ਉਹ ਵੀ 2 ਨੰਬਰੀ ਬੰਦੇ ਆ। ਇੱਕ ਤੇ ਆਧਾਰ ਬਣਾਇਆ ਵੀ ਉਹਦੇ ਵਾਲ ਆ। ਹੁਣ ਇਹਨਾਂ ਨੂੰ ਪੁੱਛੋ ਵੀ ਤੁਸੀਂ ਕਿਹੜਾ ਸ਼ੈਂਪੂ ਲਾਉਂਦੇ ਜੋ ਵੀ ਤੁਹਾਡੇ ਵਾਲ ਜਿਹੜੇ ਆ, ਜੇ ਕੱਲ੍ਹ ਨੂੰ ਤੁਹਾਨੂੰ ਅਮਰਤ ਛਕਾ ਦਈਏ ਵੀ 3 ਦਿਨਾਂ ਨੂੰ ਤੁਹਾਡਾ ਜੂੜਾ ਹੋਣ ਲੱਗ ਪਊਗਾ। ਕੋਈ ਤੁਹਾਡੇ ਕੋਲ ਸ਼ੈਂਪੂ ਇਹੋ ਜਿਹਾ ਜਾਂ ਕੋਈ ਤੇਲ ਇਹੋ ਜਿਹਾ ਤੁਹਾਡਾ ਵੀ ਤੁਹਾਡੇ ਵਾਲ ਵੱਧ ਜਾਂਦੇ 5-10 ਦਿਨਾਂ ਦੇ ਵਿੱਚ। ਇਹ ਜਿਹੜੇ ਵਾਲ ਆ ਇਹ ਕੁਦਰਤੀ ਹੌਲੀ ਹੌਲੀ ਵੱਧਦੇ ਆ ਹੈ। ਤੇ ਜਿਨ੍ਹਾਂ ਨੇ 6-6 ਮਹੀਨੇ ਰੱਖੇ ਆ ਉਹਨਾਂ ਦੇ ਇੰਨੇ ਨੇ ਮਾਸਾ ਗਿੱਟ ਬਾਲ ਹੁੰਦੇ ਆ। ਤੁਸੀਂ ਉਸ ਆਧਾਰ ਤੇ ਉਹਨੂੰ ਨਿਹੰਗ ਸਿੰਘ ਜਿਹਨੇ ਸੌਦਾ ਲਾਇਆ, ਜਿਹੜੇ ਨਿਕੰਮੇ ਤੁਸੀਂ ਘਰਾਂ 'ਚ ਬੈਠੇ ਸੀ, ਜਿਹੜੇ ਨਿਕੰਮੇ ਤੁਸੀਂ ਬੇਅਦਬੀ ਦੇ ਦੋਸ਼ੀਆਂ ਦੇ ਖਿਲਾਫ ਮੂੰਹ ਨਹੀਂ ਖੋਲ ਸਕੇ, ਲਾਈਵ ਤੱਕ ਨਹੀਂ ਹੋ ਸਕੇ, ਉਹਨਾਂ ਨੇ ਮੁੰਡੇ ਨੇ, ਨੌਜਵਾਨ ਨੇ, ਸਰਬਜੀਤ ਸਿੰਘ ਨੇ ਸੌਦਾ ਲਾਇਆ ਤੇ ਉੱਥੇ ਜਾ ਕੇ ਕਹਿੰਦਾ ਵੀ ਇਹਦੇ ਵਾਲ ਬੱਬੂ ਮਾਨ ਵਰਗੇ। ਉੱਥੇ ਕਹਿੰਦਾ ਵੀ ਇਹਨਾਂ ਨੇ ਟਰੈਕਟਰ ਡੱਕ ਲਿਆ ਕਿਸੇ ਦਾ, ਮੈਨੂੰ ਪਤਾ ਲੱਗਾ। ਹੁਣ ਟਰੈਕਟਰ ਕਿਹੜੀ ਗੱਲੋਂ ਡੱਕਿਆ? ਮਿਊਨਸੀਪਾਲਿਟੀ ਵਾਲੇ ਉੱਥੇ ਆਉਂਦੇ ਸੀ, ਨਿਹੰਗਾਂ ਦਾ ਕੂੜਾ ਨਹੀਂ ਚੁੱਕ ਕੇ ਖੜਦੇ, ਨਿਹੰਗਾਂ ਨੂੰ ਜਾਣ ਕੇ ਪਰੇਸ਼ਾਨ ਕਰਦੇ ਸੀ। ਨਿਹੰਗਾਂ ਨੇ ਉਹਦਾ ਟਰੈਕਟਰ ਖੜਾਰ ਲਿਆ ਵੀ ਭਾਈ ਜੇ ਕੂੜਾ ਚੁੱਕਣਾ ਤੇ ਆ ਜਾਓ, ਤੇ ਜੇ ਨਹੀਂ ਕੂੜਾ ਚੁੱਕਣਾ ਤੇ ਟਰੈਕਟਰ ਇੱਥੇ ਖੜਾ ਜੇ ਨਹੀਂ ਜਾਣ ਦੇਣਾ। ਹੁਣ ਤੂੰ ਦੱਸ ਵੀ ਇਹਦੇ 'ਚ ਟਰੈਕਟਰ ਚੋਰੀ ਕਰਨਾ ਹੋ ਗਿਆ ਇਹਨੂੰ ਕਹਿੰਦੇ? ਤੂੰ ਉੱਥੇ ਕੱਲ੍ਹ ਬਹਿ ਕੇ ਬਿਆਨ ਦੇਤਾ ਸਰਬਜੀਤ ਸਿੰਘ ਦੇ ਖਿਲਾਫ, ਜਿਹਨੇ ਕੌਮ ਦੀ ਸੇਵਾ ਕੀਤੀ ਹੈ, ਜਿਹੜਾ ਜੇਲ੍ਹ 'ਚ ਗਿਆ ਹੈ। ਉਹਨੇ ਬਾਰੋ-ਬਾਰ ਜ਼ਮਾਨਤ ਨਹੀਂ ਕਰਾਈ। ਨਾਲੇ ਉਹਨਾਂ ਕੇਸਾਂ 'ਚ ਬਾਰੋ-ਬਾਰ ਜ਼ਮਾਨਤ ਨਹੀਂ, ਉਹ ਦੱਲਾ ਨਹੀਂ ਸੀ ਉਹ ਕਾਮਰੇਡਾਂ ਦਾ, ਨਾ ਉਹ ਸਟੇਟ ਦਾ ਦਲਾਲ ਸੀ। ਸੋ ਉਹ ਨੌਜਵਾਨਾਂ ਨੇ ਸੇਵਾ ਕੀਤੀ ਹੈ, ਉਹਨਾਂ ਦੀ ਜ਼ਮਾਨਤਾਂ ਨਹੀਂ ਹੋਣੀਆਂ, ਕਿਉਂਕਿ ਸਰਕਾਰ ਨੂੰ ਪਤਾ ਵੀ ਅਸਲ ਸਿੱਖ ਕਿਹੜੇ ਆ, ਅਸਲ ਨਿਹੰਗ ਕਿਹੜੇ ਆ, ਤੇ ਅਸਲ ਜਿਹੜੇ ਨੌਜਵਾਨ ਕਿਹੜੇ ਆ, ਤੇ ਅਖੌਤੀ ਕਾਮਰੇਡਾਂ ਦੇ ਜਿਹੜੇ ਦਲਾਲ ਕੌਣ ਆ, ਇਹ ਸਾਰਾ ਕੁਝ ਸਰਕਾਰ ਨੂੰ ਪਤਾ ਹੈ। ਸੋ ਇਹ ਮੂਰਖ ਜਿਹੜਾ ਤੁਸੀਂ ਕੌਮ ਨੂੰ ਬਣਾਇਆ ਨਾ, ਬਥੇਰਾ ਪਚਰ ਬਣ ਗਈ ਹੈ। ਤੂੰ ਢੱਡਰੀਆਂ ਵਾਲਿਆਂ ਨੂੰ ਕੋਈ ਤੇ ਨੇਕੀ ਨੂੰ ਕੋਈ ਵੱਖ ਨਹੀਂ ਹੈਗਾ। ਬੇਸ਼ੱਕ ਤੂੰ ਉਹਨਾਂ ਦਾ ਕਿਸੇ ਵੇਲੇ ਵਿਰੋਧ ਵੀ ਕਰਦਾ ਹੋਵੇ। ਸਾਰਿਆਂ ਦਾ ਮਕਸਦ ਇੱਕ ਹੈ, ਨਿਹੰਗਾਂ ਨੂੰ ਇਹ ਸਾਬਤ ਕਰਨਾ ਵੀ ਨਿਹੰਗ ਜਿਹੜੇ ਆ ਉਹ ਗੁੰਡਾਗਰਦੀ ਕਰਦੇ ਆ, ਨਿਹੰਗਾਂ ਨੂੰ ਅਕਲ ਨਹੀਂ ਹੈਗੀ, ਨਿਹੰਗ ਜਿਹੜੇ ਇੱਦਾਂ ਕਰਦੇ ਉੱਦਾਂ ਕਰਦੇ ਆ। ਇਹ ਸਾਰਿਆਂ ਦਾ ਮਕਸਦ ਇੱਕੋ ਆ ਤੁਹਾਡਾ। ਬੇਸ਼ੱਕ ਤੂੰ ਅੱਜ ਖੁੱਲ੍ਹ ਕੇ ਨਹੀਂ ਬੋਲ ਰਿਹਾ, ਜਿਵੇਂ ਨੇਕੀ ਪਹਿਲਾਂ ਹੌਲੀ ਹੌਲੀ ਸ਼ੁਰੂ ਹੋਇਆ ਸੀ, ਫਿਰ ਉਸ ਤੋਂ ਬਾਅਦ 'ਚ ਉਹ ਵੱਧਦਾ ਇਸ ਗੱਲ 'ਤੇ ਪਹੁੰਚ ਗਿਆ ਵੀ ਗੁਰੂਆਂ ਤੱਕ ਪਹੁੰਚ ਗਿਆ। ਅੱਜ ਤੂੰ ਜਿਹੜਾ ਵਾ ਅੱਜ ਇਹ ਨਿਹੰਗਾਂ 'ਤੇ ਸ਼ੁਰੂ ਕੀਤਾ, ਕੱਲ੍ਹ ਨੂੰ ਸ਼ਹੀਦਾਂ 'ਤੇ ਜਾਏਗਾ ਤਾਂ ਉਸ ਤੋਂ ਬਾਅਦ ਗੁਰੂ ਸਾਹਿਬਾਂ ਨਾਲ ਤੂੰ ਬੋਲੇਂਗਾ। ਇਹ ਲਿਖ ਕੇ ਲੈ ਲਓ ਮੇਰੇ ਕੋਲ। ਇਹਦਾ ਕਾਰਨ ਇਹ ਹੈ ਵੀ ਸਾਡੇ ਬੰਦਿਆਂ ਨੂੰ ਐਂ ਲੱਗਦਾ ਵੀ ਅਸੀਂ ਖੁੱਲ੍ਹੀ ਛੁੱਟੀ ਦੇਈ ਜਾਂਦੇ ਵੀ ਕੋਈ ਨਹੀਂ, ਮਾੜਾ ਮੋਟਾ ਜੀ ਫਲਾਣੇ ਸ਼ਹੀਦ ਨੂੰ ਕਿਹਾ, ਉਹਦੇ ਨਾਲ ਸਾਡੇ ਵੀ ਵਿਚਾਰਕ ਮਤਭੇਦ ਹੈ। ਤੇ ਜੇ ਵਿਚਾਰਕ ਮਤਭੇਦ ਸਾਡੇ ਕਿਸੇ ਸ਼ਹੀਦ ਨਾਲ ਹੈਗੇ ਤਾਂ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਲੱਖੇ ਵਰਗਾ ਜਿਹੜਾ ਸਾਬਕਾ ਗੈਂਗਸਟਰ ਹੈ, ਜਿਹੜਾ ਮਲੂਕੇ ਦੇ ਕਹਿਣ 'ਤੇ ਐਵੇਂ ਲੋਕਾਂ ਦੇ ਜਿਹੜਾ ਜਾ ਕੇ ਨਾਲ ਛਤਰਪਤਾਣ ਕਰਦਾ ਰਿਹਾ, ਉਹ ਵੀ ਕਿਸੇ ਗੈਂਗਸਟਰ ਵੀ ਜਿਹੜੇ ਆ ਨਾ ਪੰਜਾਬ ਦੇ ਵਿੱਚ 2-3 ਤਰ੍ਹਾਂ ਦੇ ਹੋਏ ਆ। ਇੱਕ ਤੇ ਹੋਏ ਆ ਨਾ ਵੀ ਜਿਨ੍ਹਾਂ ਨੇ ਕਿਸੇ ਰਾਜਨੀਤਿਕ ਬੰਦੇ ਦੀ ਸ਼ੈ ਨਹੀਂ ਲਈ ਤੇ ਆਪਣੇ ਸਿਰ ਤੇ ਗੈਂਗਸਟਰ ਬਣੇ ਰਹੇ ਆ। ਉਹਨਾਂ ਦੇ ਐਨਕਾਊਂਟਰ ਵੀ ਹੋ ਗਏ ਵਿਚਾਰਿਆਂ ਦੇ। ਜਿਹੜੇ ਐਨਕਾਊਂਟਰਾਂ ਤੋਂ ਬਚੇ ਰਹਿ ਗਏ ਨਾ ਬਹੁਤੇ, ਉਹਨਾਂ ਨੂੰ ਸਰਕਾਰੀ ਸ਼ੈਆਂ ਵਾ ਬਹੁਤਿਆਂ ਨੂੰ। ਸੋ ਇਹ ਉਹਨਾਂ ਕੈਟੇਗਰੀ 'ਚ ਆਉਂਦਾ ਬੰਦਾ। ਸੋ ਸਾਨੂੰ ਇਹ ਵੀ ਪਰਖਣ ਦੀ ਲੋੜ ਆ ਵੀ ਆਪਣੇ ਆਪ ਨੂੰ ਜਿਹੜਾ ਗੈਂਗਸਟਰ ਵੀ ਕਹਿੰਦਾ ਨਾ, ਵੀ ਗੈਂਗਸਟਰ ਵੀ ਕਿਹੜਾ ਵਾ ਇਹ ਵੀ ਵੇਖਿਆ ਜਾਵੇ। ਵੀ ਮਲੂਕੇ ਵਰਗੇ ਬੰਦੇ ਦੇ ਜਾਂ ਆਪਣਾ ਉਹਦਾ ਕੀ ਨਾਮ ਆ, ਮਨਪ੍ਰੀਤ ਸਿੰਘ ਬਾਦਲ ਵਰਗੇ ਬੰਦੇ ਦੇ ਥੱਲੇ ਲੱਗ ਕੇ ਤੇ ਗੁੰਡਾਗਰਦੀ ਕਰ ਲੈਣੀ ਕਿੱਡੀ ਔਖੀ ਗੱਲ ਹੈ। ਸੋ ਇਹ ਜਿਹੜਾ ਦੂਜੀ ਗੱਲ ਹੈ ਨਾ, ਜਿਹੜੀ ਗੁੰਡਾਗਰਦੀ ਆ ਹੁੰਦੀ ਹੈ ਨਾ ਵੀ ਭਾਈ ਕਿਸੇ ਨੂੰ ਕੁੱਟ ਦਿੱਤਾ, ਕਿਸੇ ਨਾਲ ਪੰਗਾ ਲੈ ਲਿਆ, ਕਿਸੇ ਨਾਲ ਜ਼ਮੀਨੀ ਕਬਜ਼ਾ ਲੈ ਲਿਆ, ਲਿਖਿਆ ਪੰਥਕ ਮਸਲੇ ਇਹਨਾਂ ਨੂੰ ਵੱਖਰੇ ਹੁੰਦੇ ਆ। ਇੱਥੇ ਪੰਥ ਦੇ ਅੱਗੇ ਗੁੰਡੇ ਨਹੀਂ ਖੜਦੇ ਹੁੰਦੇ ਕਦੇ ਵੀ। ਇੱਥੇ ਬੜੇ ਨਹੀਂ ਖੜੇ, ਪ੍ਰਧਾਨ ਮੰਤਰੀ ਨਹੀਂ ਖੜੇ, ਮੁੱਖ ਮੰਤਰੀ ਨਹੀਂ ਖੜੇ, ਕਿਸੇ ਗੁੰਡੇ ਨੇ ਕੀ ਖੜ ਜਾਣਾ। ਸੋ ਇਹ ਗੱਲਾਂ ਆਪਣੇ ਮਨ 'ਚੋਂ ਭੁਲੇਖੇ ਕੱਢ ਦਿਓ। ਵੀ ਜਿਹੜਾ ਭਾਨਿਆ ਸਿੱਧੂ ਲਾਈਵ ਹੋ ਰਿਹਾ ਨਾ, ਉਹਨੂੰ ਕਹੇ ਵੀ ਤੂੰ ਕੱਲ੍ਹ ਇੱਕ ਤੱਕ ਸਰਸੇ ਵਾਲੇ ਦਾ ਚੇਲਾ ਸੀ, ਤੈਨੂੰ ਅਸੀਂ ਤੂੰ ਕਹਿੰਦਾ ਵੀ ਆਓ ਜਿੱਥੇ ਵੇਖਣਾ ਵਾ, ਤੈਨੂੰ ਤਾਂ ਮੈਂ ਕਹਿ ਤਾ ਦੋਰੇ ਵੀ ਜਿੱਥੇ ਦਸਤਾਰ ਤੁਸੀਂ ਲਾਈ ਸੀ ਨੌਜਵਾਨ ਦੀ, ਉੱਥੇ ਆ ਜਾਓ, ਉੱਥੇ ਬੰਨਾਂਗੇ। ਤੇ ਜੇ ਕਿਸੇ ਜ਼ਰੂਰਤ ਆ ਤੇ ਹੱਥ ਲਾ ਕੇ ਵਿਖਾ ਦੇ। ਫਿਰ ਜੇ ਤੁਸੀਂ ਸਬੂਤੇ ਨਿਕਲ ਗਏ ਤੇ ਤੁਸੀਂ ਪੰਥ ਦਾ ਠੇਕਾ ਚੱਕ ਲਿਓ, ਜੇ ਅਸੀਂ ਨਿਕਲ ਗਏ ਤਾਂ ਅਸੀਂ ਚੱਕ ਲਾਂਗੇ। ਸੋ ਇਹ ਜਿਹੜੀ ਗੱਲ ਹੈ ਨਾ ਤੁਹਾਡੇ 'ਚ ਵੀ ਅਸੀਂ ਦਸਤਾਰਾਂ ਲਾਵਾਂਗੇ ਤੇ ਅਸੀਂ ਉੱਦਾਂ ਕਰਾਂਗੇ ਤੇ ਸਾਨੂੰ ਕੋਈ ਪੁੱਛ ਨਹੀਂ ਸਕਦਾ, ਇਹ ਭੁਲੇਖਾ ਛੱਡ ਦਿਓ। ਇਹ ਮੁਗਲਾਂ ਨੇ ਵੀ ਕੋਸ਼ਿਸ਼ਾਂ ਕੀਤੀਆਂ ਨੇ, ਅੰਗਰੇਜ਼ਾਂ ਨੇ ਵੀ ਕੀਤੀਆਂ, ਤੇ ਹਿੰਦੁਸਤਾਨ ਦੀ ਹਕੂਮਤ ਨੇ ਵੀ ਕਰਕੇ ਵੇਖ ਲਈਆਂ ਨੇ। ਇਹ ਭੁਲੇਖੇ ਨਾ ਰੱਖਿਓ ਮਨ ਦੇ ਵਿੱਚ ਵੀ ਇੱਥੇ ਕੋਈ ਬੋਲਦਾ ਨਹੀਂ ਗਾ ਤੇ ਸ਼ਾਇਦ ਅਸੀਂ ਲੰਘ ਜਾਵਾਂਗੇ, ਜੇ ਅਸੀਂ ਉਹ ਕਰ ਲਾਂਗੇ, ਜੇ ਕਰ ਲਾਂਗੇ। ਤੁਸੀਂ ਆਪਣੇ ਆਪ ਨੂੰ ਪੰਜਾਬੀ ਬੋਲੀ ਦੇ ਰੱਖ ਕੇ ਸਮਝਦੇ ਜੋ। ਹੁਣ ਇਹ 'ਤੇ 2 ਮਿੰਟ ਮੈਂ ਗੱਲ ਕਰਨੀ ਆ। ਇਹ ਕਹਿੰਦਾ ਵੀ ਪੰਜਾਬੀ ਬੋਲੀ ਦਾ ਮੈਂ ਸੰਘਰਸ਼ ਕਰਦਾ। ਹੁਣ ਜੇ ਇਹਨੂੰ ਪੁੱਛਿਆ ਮੈਂ 50 ਵਾਰੀ, ਦੂਜੇ ਪਾਸੇ ਇਹ ਕਹਿੰਦਾ ਵੀ ਇਹਨੂੰ ਧਰਮ ਦਾ ਮੁੱਦਾ ਨਾ ਬਣਾਓ। ਮੈਂ ਇਹਨੂੰ ਪੁੱਛਦਾ ਵੀ ਪੰਜਾਬੀ ਬੋਲੀ ਦੀ ਲੜਾਈ ਕਿਹੜਾ ਧਰਮ ਕਰ ਰਿਹਾ? ਕਿਹੜੇ ਧਰਮ ਦੀ ਧਾਰਮਿਕ ਬੋਲੀ ਪੰਜਾਬੀ ਹੈ?
ਕਿਹੜੀ ਕੌਮ ਹੈ ਪੰਜਾਬ ਦੇ ਵਿੱਚ ਜਿਹੜੀ ਇਸ ਵੇਲੇ ਪੰਜਾਬੀ ਬੋਲੀ ਦੇ ਖਾਤਰ ਲੜ ਰਹੀ ਹੈ? ਜਿਹੜੀ ਕੌਮ ਨੇ ਪੰਜਾਬੀ ਸੂਬੇ ਮੂਵਮੈਂਟ ਦੇ ਵਿੱਚ ਆਪਣੀ ਬੋਲੀ ਹਿੰਦੀ ਲਿਖਾਈ ਹੈ। ਇੱਕ ਕੌਮ ਜਿਹੜੀ ਮੁਸਲਮਾਨ ਸੀ ਉਹ ਪਾਕਿਸਤਾਨ 'ਚ ਜਾ ਕੇ ਉਰਦੂ ਬੋਲਣ ਲੱਗ ਪਏ, ਪੰਜਾਬੀ ਛੱਡ ਦਿੱਤੀ। ਸਿੱਖਾਂ ਨੇ ਇਸ ਬੋਲੀ ਦੀ ਖਾਤਰ ਕੁਰਬਾਨੀਆਂ ਦਿੱਤੀਆਂ ਅਤੇ ਆਪਣੇ ਬੰਦ ਕਟਾ ਲਏ। ਇਸ ਕਰਕੇ ਨਹੀਂ ਕਟਾਏ ਵੀ ਇਹ ਬੋਲੀ ਕੋਈ ਸਪੈਸ਼ਲ ਹੈ, ਇਸ ਕਰਕੇ ਕਟਾਏ ਵੀ ਇਹ ਬੋਲੀ ਗੁਰੂ ਨਾਨਕ ਪਾਤਸ਼ਾਹ ਨੇ ਇਹਦੇ 'ਚ ਬਾਣੀ ਰਚੀ ਹੈ। ਸਾਨੂੰ ਇਹ ਬੋਲੀ ਵੀ ਇਸ ਕਰਕੇ ਪਿਆਰੀ ਹੈ ਵੀ ਸਾਡੇ ਧਰਮ ਦੀ ਜਿਹੜੀ ਬਾਣੀ ਹੈ ਉਸ ਦੇ ਵਿੱਚ ਹੈ, ਮੇਰੀ ਬੋਲੀ ਨਹੀਂ ਪਿਆਰੀ ਹੈਗੀ ਸਾਨੂੰ। ਸੋ ਜਿਹੜੀ ਚੀਜ਼ ਸਾਡੇ ਧਰਮ ਨਾਲ ਜੁੜੀ ਉਹ ਪਿਆਰੀ ਹੈ ਸਾਨੂੰ। ਅਤੇ ਇਹ ਬੰਦਾ ਜਦੋਂ ਕਹਿੰਦਾ ਨਾ ਵੀ ਬੋਲੀ ਦਾ ਸੰਘਰਸ਼ ਲੜਨਾ ਅਤੇ ਧਰਮ ਦੀ ਗੱਲ ਨਾ ਕਰੋ, ਅਤੇ ਫਿਰ ਇਹ ਤੋਂ ਵੱਡਾ ਮੰਦਬੁੱਧੀ ਬੰਦਾ ਕੀ ਹੋ ਸਕਦਾ ਵੀ ਜਿਹੜੀ ਬੋਲੀ ਨੂੰ ਖਤਮ ਹੀ ਹਕੂਮਤ ਤਾਂ ਕਰਨ 'ਤੇ ਲੱਗੀ ਹੈ ਵੀ ਇਹਨਾਂ ਦਾ ਧਰਮ ਖਤਮ ਕੀਤਾ ਜਾ ਸਕੇ। ਜਿਹੜੀਆਂ ਜ਼ਮੀਨਾਂ ਸਾਡੇ ਕੋਲ ਤਾਂ ਖੋਹਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਵੀ ਇਹ ਜ਼ਮੀਨਾਂ ਇਹਨਾਂ ਕੋਲ ਖੋਈਏ ਅਤੇ ਇਹਨਾਂ ਦਾ ਧਰਮ ਖੋਇਆ ਜਾਊਗਾ ਜ਼ਮੀਨਾਂ ਦੇ ਨਾਲ। ਇਹ ਭੁਲੇਖੇ ਨੇ ਹਕੂਮਤਾਂ ਨੂੰ। ਚਲੋ ਜਿੰਨਾ ਚਿਰ ਰਹਿਣਗੇ ਉਹ ਰਹਿਣਗੇ, ਵੱਖਰੀ ਗੱਲ ਆ, ਪਰ ਉਹਨਾਂ ਦੀ ਕੋਸ਼ਿਸ਼ ਤੇ ਉਹਨਾਂ ਦੇ ਭੁਲੇਖੇ ਇਸੇ ਕਰਕੇ ਹੀ ਆ। ਸੋ ਇਹ ਜਿਹੜੀਆਂ ਗੱਲਾਂ ਨੇ ਨਾ ਵੀ ਆਪਾਂ ਜੀ ਬੋਲੀ ਦਾ ਸੰਘਰਸ਼ ਲੜਨਾ ਅਤੇ ਆਪਾਂ ਧਰਮ ਦੀ ਗੱਲ ਨਹੀਂ ਕਰਨੀ, ਇਹ ਬੰਦਾ ਨਾਲੇ ਇਹ ਵੀ ਦਾਅਵਾ ਕਰੀ ਜਾਣਾ ਮੈਨੂੰ 100 ਸਾਲ ਦਾ ਪਤਾ ਅਗਲੇ ਦਾ। ਮਤਲਬ ਕੋਈ ਤਾਂ ਦਿਮਾਗ ਦੀ ਗੱਲ ਹੋਣੀ ਚਾਹੀਦੀ ਨਾ ਵੀ ਆਪਣਾ ਪਤਾ ਲੱਗੇ ਵੀ ਆਪਾਂ ਕੋਈ ਸੰਘਰਸ਼ ਲੜ ਰਹੇ ਹਾਂ ਜ਼ਮੀਨ 'ਤੇ। ਐਵੇਂ ਹੀ 2 ਗੱਡੀਆਂ ਚੱਕ ਕੇ ਉੱਧਰ ਨੂੰ ਨਿਕਲ ਗਏ। ਇਹਨੂੰ ਪਿੰਕੀ ਕੈਟ ਦਾ ਚੇਤਾ ਆ ਗਿਆ ਵੀ ਬਾਬਾ ਅਮਨ ਪਿੰਕੀ ਕੈਟ ਨੂੰ ਉੱਥੇ ਮਿਲਿਆ। ਇਹਨੂੰ ਕਾਂਤੀ ਨਹੀਂ ਦਿਖਿਆ ਅਜੇ ਤੱਕ ਮੋਰਚੇ ਦੇ ਵਿੱਚ ਬੈਠਾ। ਪਿੰਕੀ ਕੈਟ ਦੇ ਮੋਰਚੇ ਦਾ ਤਾਂ ਕੋਈ ਫੈਸਲਾ ਨਹੀਂ ਕਰਨਾ। ਕਾਂਤੀ ਤੇ ਲੀਡਰਾਂ 'ਚ ਬੈਠਾ, ਕਾਂਤੀ ਟੌਟ ਲੀਡਰਾਂ ਦੇ ਵਿੱਚ ਬੈਠਾ ਹੈ। ਇਹਨੂੰ ਇਹ ਨਹੀਂ ਦਿਖਦਾ ਵੀ ਮੋਰਚੇ ਦਾ ਨੁਕਸਾਨ ਕਾਂਤੀ ਕਰ ਸਕਦਾ ਕਿ ਪਿੰਕੀ ਕਰ ਸਕਦਾ ਜ਼ਿਆਦਾ। ਪਿੰਕੀ ਯਾਰੀ ਤਾਂ ਲਾਈਵ ਹੋਇਆ ਗਿਆ ਉਸੇ ਵੇਲੇ, ਅਤੇ ਜਿਹੜਾ ਕਾਂਤੀ ਹੈ ਉਹ ਲਾਗੇ ਬੈਠਾ ਨਹੀਂ ਦਿਖਿਆ। ਇਹਨੂੰ ਇਹ ਨਹੀਂ ਦਿਖਿਆ ਵੀ ਜਿਹੜੇ ਇਹ ਕਹਿੰਦਾ ਵੀ ਉਹ ਲੀਡਰਾਂ ਕੋਲ ਜਾ ਗਿਆ ਵੀ ਤੂੰ ਨਹੀਂ ਲੀਡਰਾਂ ਕੋਲ ਗਿਆ ਕਦੀ, ਤੇਰੀ ਕਿਸੇ ਲੀਡਰ ਨਾਲ ਸਾਂਝ ਨਹੀਂ ਕਿਸੇ ਨਾਲ। ਮਤਲਬ ਜਦੋਂ ਉਹਨੇ ਬੇਅਦਬੀ ਕਰਨ ਵਾਲੇ ਦਾ ਸੋਧਾ ਲਾਉਣ ਦੀ ਜ਼ਿੰਮੇਵਾਰੀ ਚੱਕ ਲਈ ਬਾਬੇ ਅਮਨ ਸਿੰਘ ਨੇ, ਇਹ ਉਹਦੇ ਖਿਲਾਫ ਹੋ ਗਏ। ਜੋ ਕੰਮ ਇਹਨਾਂ ਬੰਦਿਆਂ ਨੇ ਰਲ ਕੇ ਦੀਪ ਨਾਲ ਕੀਤਾ 26 ਤੋਂ ਬਾਅਦ, ਉਹੋ ਹੀ ਕੰਮ ਜਿਹੜਾ ਵਾ ਇਹ ਬੰਦੇ ਅੱਜ ਉਹਨਾਂ ਬਾਬੇ ਅਮਨ ਸਿੰਘ ਨਾਲ ਕਰ ਰਹੇ ਆ। ਅਤੇ ਉਹਦੇ ਚੱਕਰ ਦੇ ਵਿੱਚ ਹੀ ਉਹਦੀ ਜਥੇਬੰਦੀ ਦਾ ਸਿੰਘ ਸੀ ਉਹਦਾ ਆਪਣਾ ਨਵੀਨ ਸਿੰਘ, ਉਹਦੀ ਵੀ ਦਸਤਾਰ ਨਾਲ ਉਸੇ ਚੱਕਰ ਚਲਾਈ। ਹੁਣ ਇੱਕ ਜਿਹੜੀ ਨਵੀਂ ਗੱਲ ਨਿਕਲ ਕੇ ਆਈ ਹੈ ਉਹ ਇਹ ਹੈ ਵੀ ਜਿਹੜੀ ਬੇਅਦਬੀ ਕਰਨ ਵਾਲੇ ਤੇ ਸੋਧਾ ਕਰਨ ਵਾਲੇ ਦੀ ਜਿਹੜੀ ਵੀਡੀਓ ਸੀ ਨਾ ਉਹ ਬਾਈ ਨਵੀਨ ਸਿੰਘ ਦੇ ਫੋਨ 'ਚੋਂ ਲੀਕ ਹੋਈ ਸੀ। ਹੁਣ ਉਹਦਾ ਫੋਨ ਵੀ ਇਹਨੇ ਖੋਲ੍ਹਿਆ। ਹੁਣ ਫੋਨ ਕਿੱਥੇ ਆ ਕਿੱਥੇ ਨਹੀਂ ਇਹ ਨਹੀਂ ਗੱਲ ਦਾ ਪਤਾ। ਆਪਾਂ ਇਹ ਨਹੀਂ ਕਹਿੰਦੇ ਵੀ ਇਹਨੇ ਲਗਾ ਲਿਆ ਜਾਂ ਰੱਖ ਲਿਆ, ਇਹ ਤਾਂ ਇਹਨੂੰ ਪਤਾ ਹੋਊਗਾ ਵੀ ਜਿਹੜਾ ਵਾ ਕੀ ਨਾਂ ਲਈਦਾ ਵਾ ਵੀ ਇਹਨੇ ਫੋਨ ਦਾ ਉਹ ਕੀ ਕੀਤਾ ਕੀ ਨਹੀਂ ਕੀਤਾ। ਪਰ ਇਹਨੇ ਫੋਨ ਇਸ ਕਰਕੇ ਖੋਇਆ ਸੀ ਉਹ ਮੁੰਡੇ ਦੇ ਹੱਥ 'ਚੋਂ ਵੀ ਭਾਈ ਇਹ ਫੋਨ ਦੇ ਵਿੱਚ ਇਹਨੂੰ ਬਾਹਰੋਂ ਪੈਸੇ ਆਏ, ਮੈਂ ਸਬੂਤ ਪੇਸ਼ ਕਰਨਾ। ਨਾ ਬਾਅਦ ਸਬੂਤ ਪੇਸ਼ ਕੀਤਾ ਅਤੇ ਬਾਅਦ 'ਚ ਝੱਥਾ ਜਾ ਹੋ ਗਿਆ, ਉੱਥੇ ਨਿਕਲ ਆਇਆ ਸਾਰੇ ਜਣੇ। ਅਤੇ ਹੁਣ ਉਹਦੀ ਤਾਂ ਜਿਹੜੀ ਬੇਇੱਜ਼ਤੀ ਕਰਨੀ ਸੀ ਤੁਸੀਂ ਕਰਤੀ ਆ। ਹੁਣ ਜਿਹੜੇ ਬੰਦੇ ਕਹਿੰਦੇ ਨਾ ਬਦਮਾਸ਼ੀ ਕਰਨੀ ਆ ਉਹਨਾਂ ਨੂੰ ਇਹੋ ਹੀ ਸਾਡਾ ਖੁੱਲ੍ਹਾ ਸੱਦਾ ਵੀ ਬਦਮਾਸ਼ੀ ਫਿਰ ਕਰਨੀ ਆ ਅਤੇ ਕਰ ਲਓ, ਉੱਥੇ ਹੀ ਕਰਿਓ ਆਣ ਕੇ ਜਿੱਥੇ ਕੀਤੀ ਸੀ, ਉੱਥੇ ਹੀ ਆ ਜਾਓ। ਉੱਥੇ ਨਿਹੰਗ ਸਿੰਘ ਨੇ ਆਉਣਾ ਬਾਹਰ ਅਤੇ ਦਸਤਾਰ ਨੂੰ ਉਹਦੀ ਨੂੰ ਹੱਥ ਲਾ ਕੇ ਦਿਖਾ ਦਿਓ, ਉੱਥੇ ਬੰਨਾਂਗੇ ਜਿੱਥੇ ਤੁਸੀਂ ਲਾਈ ਸੀ ਨਾ, ਉੱਥੇ ਬਰਾਬਰ ਸਤਿਕਾਰ ਸਨਮਾਨ ਦੇ ਨਾਲ ਪੰਥ ਉਹਦੇ ਕੋਲ ਮਾਫੀ ਮੰਗੂਗਾ। ਕਿਉਂਕਿ ਤੁਹਾਨੂੰ ਤਾਂ ਚਵਲੋ ਕੋਈ ਹੈ ਨਹੀਂ ਕਿ ਪੰਥ ਨਾਲ ਕੋਈ ਦਰੇਗ, ਸਾਨੂੰ ਪੰਥ ਦੇ ਨਾਲ ਵਾਹ ਵਾਸਤਾ ਹੈ। ਪੰਥ ਉਹਦੇ ਕੋਲ ਮਾਫੀ ਮੰਗੂਗਾ ਵੀ ਭਾਈ ਇਹ ਜਿਹੜਾ ਕੰਮ ਹੋਇਆ ਵਾ ਇਹ ਗਲਤੀ ਕਾਮਰੇਡਾਂ ਦੀ ਆ। ਉਹਨੂੰ ਵਿਚਾਰੇ ਨੂੰ ਹੋ ਸਕਦਾ ਪਤਾ ਨਾ ਹੋਵੇ ਵੀ ਕਾਮਰੇਡ ਚਵਲਾਂ ਜਿਹੜੀਆਂ ਪੱਗਾਂ ਬੰਨੀ ਫਿਰਦੀਆਂ ਜਿਹੜੇ ਲੱਖੇ ਵਰਗੇ ਆਪਣੇ ਆਪ ਨੂੰ ਪੰਜਾਬੀ ਉਹ ਵਿਚਾਰਾ ਇਹਨਾਂ ਨੂੰ ਵੀ ਸਿੱਖ ਸਮਝਦਾ ਹੋਵੇ ਹੋ ਸਕਦਾ ਨਵੀਨ ਸਿੰਘ। ਸੋ ਉਹਨੂੰ ਨਹੀਂ ਪਤਾ ਨਾ ਵੀ ਕਿਹਨੇ ਕੀਤਾ। ਸਾਨੂੰ ਤਾਂ ਪਤਾ ਹੋਵੇ ਤੁਸੀਂ ਕਿਹੜੇ ਜੋ ਅਤੇ ਦੂਜੇ ਕਿਹੜੇ, ਸਾਨੂੰ ਫਰਕ ਪਤਾ ਸਾਰਿਆਂ ਦਾ। ਸੋ ਇੰਨੀਆਂ ਕੀ ਬੇਨਤੀਆਂ ਸੀ। ਆ ਜਿਹੜੇ ਵਿੱਚ ਕਮੈਂਟ ਕਰੀ ਜਾਂਦੇ ਆ ਵੀ ਬੀਜੇਪੀ ਬੂਜੇਪੀ ਇਹਨੇ ਪੈਸੇ ਦਿੱਤੇ ਆ, ਉਹਨਾਂ ਨੂੰ ਕਿ ਆਹੋ ਮੈਨੂੰ ਤਾਂ ਮਿਲ ਗਿਆ, ਤੁਸੀਂ ਵੀ ਲੈ ਲਓ ਜਾ ਕੇ ਜਿਹੜਾ ਚੱਕ ਤੁਹਾਨੂੰ ਮਿਲਦਾ ਬੀਜੇਪੀ ਦਾ। ਅਸੀਂ ਤਾਂ ਖਾਲਿਸਤਾਨ ਦੀ ਗੱਲ ਕਰਦੇ ਹਾਂ। ਜੇ ਬੀਜੇਪੀ ਖਾਲਿਸਤਾਨ ਦੀ ਗੱਲ ਕਰਨ ਵਾਲੋਂ ਪੈਸੇ ਦਿੰਦੀ ਆ ਅਤੇ ਫਿਰ ਤਾਂ ਮੈਂ ਨਾ ਵੀ ਬੀਜੇਪੀ ਵਧੀਆ ਸਾਰਿਆਂ ਨੂੰ, ਤੁਸੀਂ ਵੀ ਕਰਨ ਲੱਗ ਪਓ, ਤੁਹਾਡਾ ਵੀ ਚੱਕ ਲੱਗ ਜੇ। ਜਿਹੜੇ ਪਿਛਲੇ ਸਾਲ 'ਚ ਮੁੰਡਿਆਂ ਨੂੰ ਯੂਆਪਾ ਲੱਗੇ ਆ 10-12 ਨੂੰ, ਉਹ ਇਹਨਾਂ ਨੂੰ ਹੀ ਲੱਗੇ ਜਿਹਨਾਂ ਖਾਲਿਸਤਾਨ ਦੀ ਗੱਲ ਕੀਤੀ ਹੈ। ਸੋ ਜੇ ਇੱਦਾਂ ਦੇ ਨੋਟ ਚੈੱਕ ਤੁਹਾਨੂੰ ਵੀ ਚਾਹੀਦੇ, ਤੁਸੀਂ ਵੀ ਕਰਨ ਲੱਭੋ ਗੱਲ। ਅਤੇ ਬਾਕੀ ਤਾਂ ਜਿਹੜਾ ਵਾ ਕੀ ਨਾਂ ਦਾ ਸਮਾਂ ਦੱਸੂਗਾ ਵੀ ਕੌਣ ਸੱਚਾ ਅਤੇ ਕੌਣ ਝੂਠਾ ਹੈ। ਪਰ ਜਿਹੜੀਆਂ ਭਾਨੇ ਭੂਨੇ ਵਰਗੇ ਗੁੰਡਾਗਰਦੀਆਂ ਕਰਦੇ ਫਿਰਦੇ ਆ ਨਾ, ਕੋਈ ਨਹੀਂ, ਸਭ ਦਾ ਇਲਾਜ ਹੋ ਜਾਊਗਾ, ਚਿੰਤਾ ਨਾ ਕਰੋ ਤੁਸੀਂ। ਇੰਨੀਆਂ ਕਿ ਬੇਨਤੀਆਂ ਸੀ। ਜੇ ਕੋਈ ਗੱਲਾਂ ਕਰਦੇ ਕੋਈ ਭੁੱਲ ਚੁੱਕ ਹੋ ਗਈ ਹੋਵੇ, ਕੋਈ ਸ਼ਬਦ ਵੱਧ ਘੱਟ ਕਿਸੇ ਸਿੱਖ ਨੂੰ ਬੋਲਿਆ ਗਿਆ ਹੋਵੇ ਤਾਂ ਉਹਦੇ ਲਈ ਮਾਫੀ ਚਾਹੁੰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।